कि जदों वोटां मंगदे ने इन्हां लोकां चाहते हो तो जदों सत्ता चाहते हो फिर तुहानूं सिक्योरिटियां ये लोकां दे विच फिर वो तुहानूं क्यों एक चीज़ां अलग चाहिदियां ने। किन्ना क फर्क है जिहड़ी हुण सिक्योरिटी नवजोत सिंह सिद्धू नूं मिली है ते Z+ सिक्योरिटी दे विच। पुलिस दे अपने अफसरां नूं IAS नूं जां इहो जिहियां नूं ही ज़्यादा सिक्योर करने लई चल जाता है लग जाता उहदे तो फिर एक वड्डा हिस्सा राजनीतिक लोकां नूं भी जांदा वो रिएक्शन नूं देख के ते सरकार नूं अप्लाई कर दिंदे आ ते कहिंदे जी सानूं हुण सिक्योरिटी दो उहनूं सिक्योरिटी दे के होर अगे तोड़ दिंदे आ भी इहो ਜਿਹੇ पुट्ठे सिद्धे चार काम होर कर ਤੇ ਜਦੋਂ ਤੇ ਵੋਟਾਂ ਮੰਗਦੇ ਉਦੋਂ ਤੇ ਐਂ ਬਣ ਕੇ ਜਾਂਦੇ ਗਊ ਜਿਸ ਤਰ੍ਹਾਂ ਮੂੰਹ 'ਚ ਘਾਹ ਦੀ ਤਿੜ ਲੈ ਕੇ ਜਾਂਦੇ ਆ ਕਿ ਮਾਫ ਕਰੋ ਅਸੀਂ ਤੇ ਤੁਹਾਡੇ ਹੀ ਆ ਜਿਉਂ ਹੀ ਸੱਤਾ ਆ ਜਾਂਦੀ ਆ ਤੇ ਫਿਰ ਉਹ ਤੇਵਰ ਇਹੋ ਜਿਹੇ ਤਿੱਖੇ ਕਿ ਪੁੱਛਦੇ ਹਾਂ ਤੂੰ ਕੌਣ ਆ ਕਿੱਥੋਂ ਆਇਆ ਤੇ ਅੱਛਾ ਹੋਣਾ ਆ ਕੋਈ ਗੱਲ ਨਹੀਂ ਤੇ ਕਿਹਨੂੰ ਸਿਕਿਉਰਿਟੀ ਦੇਣੀ ਆ ਤੇ ਕਿਹੜਾ ਜਿਹੜਾ ਸਿਕਿਉਰਿਟੀ ਨੂੰ ਲਈ ਫਿਰਦਾ ਉਹਦੀ ਵਾਪਸ ਲੈਣੀ ਆ ਇਹਦੇ 'ਚ ਕੋਈ ਹਰਜ ਨਹੀਂ ਹੈ। ਬਹੁਤ ਸਾਰੇ ਨਜਾਇਜ਼ ਬੰਦੇ ਲਈ ਫਿਰਦੇ ਆ ਔਰ ਪੁੱਠੇ ਕੰਮ ਕਰਕੇ ਲਈ ਫਿਰਦੇ ਆ। रोपड़ कोर्ट दे विच पेशी सी पेशी जिहड़ा कि जिन्ने हुणे बेअदबी कीती सी जसवीर सिंह उत्थे वकील ही उहदे ते आपदी जिहड़ी लाइसेंसी पिस्तौल तान दिंदा पुलिस फड़ लैंदी। हुण इहदा मतलब मन्निया जाए इन्हें बेअदबी भी कर ली मान लो इहनूं 5 साल की सज़ा हो गई मनजीत सिंह जी या मान लो 10 साल की होगी ये बाहर आया ये तो सब तो पहला जाऊगा जी मैनूं तो फिर Z+ सिक्योरिटी दे दो मैनूं तो खतरा ही बहुत है। ਤਰੀਕੇ ਨਾਲ ਸਾਨੂੰ ਮਾਈਂਡ ਸੋਚਦਾ ਆ ਕਿ ਸਿਕਿਉਰਿਟੀ ਦੇ ਨਾਲ ਤੁਸੀਂ ਸਿਕਿਉਰ ਹੋ ਜਾਂਦੇ ਆ। ਇੱਥੇ ਇੰਦਰਾ ਗਾਂਧੀ ਕੋਲ ਸਿਕਿਉਰਿਟੀ ਘੱਟ ਸੀ ਜਨਰਲ ਵੈਦਿਆ ਕੋਲ ਸਿਕਿਉਰਿਟੀ ਘੱਟ ਸੀ ਗੈਂਗਸਟਰਾਂ ਦੇ ਨਾਲ ਬੁਲਟ ਪ੍ਰੂਫ ਗੱਡੀਆਂ ਜਾਂਦੀਆਂ ਪਰੇਡਾਂ ਹੁੰਦੀਆਂ ਕਿਸੇ ਦੇ 100 ਬੰਦਾ ਜਾ ਰਿਹਾ ਤੇ ਕਿਤੇ ਬਾਬਾ ਰਾਮ ਰਹੀਮ ਆ ਰਿਹਾ ਤੇ ਪੂਰਾ ਕਾਫਲਾ ਆ ਰਿਹਾ। ਇਸ ਲਈ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਆ ਮੈਂ ਜੇ ਨਿੱਜੀ ਤੌਰ ਤੇ ਪੁੱਛੋ ਵੀ 15 ਨੇ ਵੀ ਉਹੀ ਕੰਮ ਕਰਨਾ ਜੋ 25 ਨੇ ਕਰਨਾ। ਬਹੁਤੇ ਬੰਦਿਆਂ ਨਾਲ ਜ਼ਰੂਰੀ ਨਹੀਂ ਹੈ ਕਿ ਉਹਦੀ ਸੇਫਟੀ ਜ਼ਿਆਦਾ ਵੱਧਦੀ ਆ। ਹਾਂ ਇੱਕੋ ਚੰਗਾ ਇੱਕੋ ਲੱਗਦਾ ਬੰਦਿਆਂ ਨੂੰ ਕਈ ਵਾਰੀ ਕਿ ਮੈਂ ਕਿੱਡਾ ਵੱਡਾ ਬੰਦਾ ਮੇਰੇ ਨਾਲ ਇੰਨੇ ਬੰਦੇ ਚੱਲਦੇ ਆ। ਆਹ ਗੱਲ ਹੈ ਨਾ ਜਿਹੜੀ ਅਖੀਰਲੀ ਗੱਲ ਹੈ ਮੈਨੂੰ ਲੱਗਦਾ ਕਿ ਕਰਕਸ ਆਫ ਦਾ ਸਟੋਰੀ ਇਹ ਹੈ ਕਿ ਹਾਂ ਮੇਰੇ ਕੋਲ ਬੰਦੇ ਜ਼ਿਆਦਾ ਨੇ ਮੈਂ ਦਿਖਾਣ ਵਾਲਾ ਜ਼ਿਆਦਾ ਬਣਾ। ਤੁਸੀਂ ਕਿਹੜੇ ਮਰਜ਼ੀ ਸਿਆਸਤਦਾਨ ਨਾਲ ਗੱਲ ਕਰ ਲਓ ਉਹਨੇ ਪੰਜਾਬ ਨੂੰ ਕੈਨੇਡਾ US ਵਰਗਾ ਬਣਾਉਣਾ ਹੈ ਉਹਨੇ ਸਿਸਟਮ ਉਹੋ ਜਿਹਾ ਬਣਾਉਣਾ ਹੈ ਉਹਨੂੰ ਸਾਰੀਆਂ ਚੀਜ਼ਾਂ ਉਧਰ ਦਿਖਦੀਆਂ ਪਰ ਜਦੋਂ ਆਪਦੇ ਤੇ ਗੱਲ ਆਉਂਦੀ ਹੈ ਤਾਂ ਫਿਰ ਉਹ ਇੱਕ ਬਹੁਤ ਵੱਡਾ ਡਿਫਰੈਂਸ ਹੈ। ਨਹੀਂ ਇਹ ਤਾਂ ਮੈਨੂੰ ਇਸ ਤਰੀਕੇ ਨਾਲ ਚਾਹੀਦਾ ਜ਼ਿਆਦਾ ਆਪਣੇ ਆਪ ਨੂੰ ਪਾਵਰਫੁੱਲ ਸ਼ਕਤੀ ਸਰਬ ਸ਼ਕਤੀਮਾਨ ਡਿਸਪਲੇ ਕਰ ਸਕਦਾ ਗੱਡੀਆਂ ਆ ਰਹੀਆਂ ਅੱਜ ਔਰ ਲੋਕ ਇਸ ਗੱਲ ਤੇ ਲੋਕਾਂ ਦਾ ਵੀ ਮਾਈਂਡ ਪ੍ਰਭਾਵਿਤ ਹੁੰਦੇ ਆ ਕਿ ਇਹਦੇ ਕੋਲ ਤੇ ਇੰਨੀ ਪੁਲਿਸ ਬੜਾ ਵੱਡਾ ਬੰਦਾ ਕੋਈ ਇੰਨੀ ਪੁਲਿਸ ਅੱਗੇ ਪਿੱਛੇ ਫਿਰਦੀ ਕੋਈ ਉਹਨਾਂ ਦੀ ਮੁੱਛ ਦੇ ਵਾਲ ਕੋਈ ਕਿਸੇ ਪਾਪੂਲਰ ਲੀਡਰ ਨੂੰ ਕੋਈ ਹੱਥ ਲਾ ਦੇ ਉਹਨਾਂ ਦੀ ਪਾਰਟੀ ਨੂੰ ਲੋਕ ਆਉਣ ਵਾਲੇ 20 ਸਾਲਾਂ ਤੱਕ ਜਿਤਾਉਂਦੇ ਰਹਿਣਗੇ ਕਿ ਤੁਹਾਨੂੰ ਲੋਕ ਸੇਵਾ ਲਈ ਲੋਕ ਅੱਗੇ ਲੈ ਕੇ ਆਉਂਦੇ ਆ ਨਾ ਕਿ ਆਪਣੀਆਂ ਮੌਜਾਂ ਕਰਦੇ। ਪੰਜਾਬੀ ਆਪਾਂ ਕਹਿ ਦਈਏ ਭਾਰਤ ਸਾਰੇ ਭਾਰਤੀਆਂ ਦੇ ਵਿੱਚ ਇੱਕ ਬੜਾ ਅਜੀਬ ਜਿਹਾ ਮੁੱਦਾ ਉਹਨੂੰ ਹੁੰਦਾ ਕਿ ਮੇਰੇ ਨਾਲ ਸਿਕਿਉਰਿਟੀ ਜਿੰਦੇ ਜਿਹੜਾ ਨਹੀਂ ਜਿਹਨੂੰ ਸਰਕਾਰੀ ਨਹੀਂ ਮਿਲਦੀ ਉਹ ਵਾਕਈ ਤੁਹਾਡੀ ਗੱਲ ਵੀ ਸਹੀ ਹੈ ਵੀ ਉਹ ਪ੍ਰਾਈਵੇਟ ਬੰਦੇ ਰੱਖ ਲੈਂਦਾ ਪ੍ਰਾਈਵੇਟ ਬਾਉਂਸਰ ਰੱਖੇ ਹੋਣਗੇ ਉਹਨੇ 4 ਅੱਗੇ ਹੋਣੇ ਚਾਹੀਦੇ 4 ਪਿੱਛੇ ਹੋਣੇ ਚਾਹੀਦੇ। ਮੈਂ ਬਿਲਡਰਾਂ ਦਾ ਮਤਲਬ ਮੈਨੂੰ ਦਿਖਣਾ ਚਾਹੀਦਾ ਉਹ ਜੇ ਮਾਲ 'ਚ ਗਿਆ ਤਾਂ ਉਹ 4 ਜਣੇ ਹੋਣਗੇ ਉਹਨਾਂ ਨੂੰ ਵਰਦੀਆਂ ਪਾਈਆਂ ਜਾਣਗੀਆਂ ਵੀ ਹਾਂ ਮੈਨੂੰ ਮੈਂ ਹਟ ਕੇ ਦਿਖਾਂ। ਪਾਰਟੀਆਂ ਦੇ ਅੰਦਰ ਕੋਈ ਕਿਸੇ ਦੀ ਪੁੱਛਗਿੱਛ ਨਹੀਂ ਹੈਗੀ ਜੋ ਜਿਹਨੂੰ ਲੀਡਰ ਤੁਸੀਂ ਚੱਕ ਕੇ ਤਾਂ ਸੁਪਰਮੈਨ ਬਣਾਤਾ ਉਹੀ ਚੱਕੀ ਫਿਰਦਾ ਫਿਰ ਉਹਦੀਆਂ ਹੀ ਤੁਸੀਂ ਉਹਦੇ ਅੱਗੇ ਗਿੜਗੜਾਉਂਦੇ ਆ ਉਹਦੇ ਅੱਗੇ ਹੀ ਪੂਛ ਘਮਾਉਂਦੇ ਆ ਜੋ ਮਿਲ ਗਿਆ ਜਿਹੜਾ ਟੁਕੜਾ ਪੈ ਗਿਆ 2-3 ਗੱਡੀਆਂ ਲੈਣਗੇ 8-10 ਪਿੱਛੇ ਲਾਕੜੀ ਹੋਣਗੇ ਉਹ ਵਿਹਲੜ ਹੁੰਦੇ ਆ ਉਹਨਾਂ ਨੇ ਕੁਛ ਨਹੀਂ ਉਹਦੇ ਤੋਂ ਹੀ ਉਹਨੇ ਪੈਟਰੋਲ ਪਵਾਉਣਾ ਲੀਡਰ ਤੋਂ ਹੀ ਪੈਟਰੋਲ ਪਵਾਉਣਾ ਲੀਡਰ ਤੋਂ ਹੀ ਰੋਟੀਆਂ ਪਾਣੀਆਂ ਖਾਣੀਆਂ ਸ਼ਾਮ ਨੂੰ ਦਾਰੂ ਸਿੱਕਾ ਵੀ ਉਹਦੇ ਤੋਂ ਹੀ ਲੈਣਾ। ਜਿਹੜੇ ਤਕੜੇ ਜੇ ਹੋਣ ਉਹਨਾਂ ਕੋਲ ਸ਼ਾਇਦ ਇੱਕ ਦੋ ਨੂੰ ਲਾਇਸੈਂਸੀ ਕੋਈ ਬੰਦੂਕ ਵੀ ਹੋਏ ਜਿਨ੍ਹਾਂ ਦੀ ਸਿਕਿਉਰਿਟੀ ਨਹੀਂ। ਮੈਂ ਕੋਈ ਲੀਡਰ ਤੁਸੀਂ ਕੱਲਾ ਚੱਲਦਾ ਦੇਖਿਆ ਕਿ ਕੱਲਾ ਡਰਾਈਵਰ ਹੋਵੇ ਤੇ ਨਾਲ ਇੱਕ ਲੀਡਰ ਹੋਵੇ ਤੇ ਗੱਡੀ ਚੋਂ ਨਿਕਲ ਕੇ ਆ ਜਾਏ ਮੈਂ ਤੇ ਨਹੀਂ ਦੇਖਦਾ। ਚਰਨਜੀਤ ਸਿੰਘ ਚੰਨੀ ਇੱਕ ਪਾਸੇ ਤੁਹਾਨੂੰ ਯਾਦ ਹੋਣਾ ਉਹ ਤਸਵੀਰ ਕਿਵੇਂ ਦਿਖਾਉਂਦੇ ਨੇ ਕਿ ਦੇਖੋ ਜੀ ਮੈਂ ਤਾਂ ਫਲਾਈਟ ਤੇ ਆਇਆ ਮੈਂ ਦਿੱਲੀ ਜਾਣਾ ਸੀ ਤੇ ਮੈਂ ਤਾਂ ਆਮ ਫਲਾਈਟ ਤੇ ਸਫ਼ਰ ਕਰ ਰਿਹਾ
कि एक पासे ये दिखाना कि मैं कितना सिंपल नेता भी मैं लोकां च विचरदा कि मैं लोकां दा ते तुसीं ये दिखाण च ही तुहाडी सियासत निकल जाती कि वाकई मैं इहो जिहे सूबे च रह रहा जिथे माहौल इन्ना क शांत है कि एडा वड्डा खतरा हैगा। पंजाब तो बाहर मान सकना, चलो जम्मू कश्मीर जा रहे हो तुसीं, श्रीनगर जा रहे हो, मैनूं समझ आती है, कोई बिल्कुल सही गल है उत्थों का माहौल, पर इत्थे तो सारे सांझ बैठे कि ਜਿਹੜੇ 15 ਬੰਦੇ ਉਹ ਵੀ ਹਾਈਟੈਕ ਬੰਦੇ ਨੇ, ਉਹਨਾਂ ਕੋਲ ਵੀ ਉਹ ਪਿਸਤੌਲਾਂ ਨੇ, ਉਹੀ ਬੰਦੂਕਾਂ, ਉਹੀ AK-47 ਹੈ। ਤੁਸੀਂ 10 ਬੰਦੇ ਵਧਾ ਲੋਗੇ ਤਾਂ ਫਰਕ ਕੋਈ ਵੀ ਨਹੀਂ ਪੈਣਾ, ਪਰ ਇਹ ਜ਼ਰੂਰ ਹੈ ਕਿ ਉਹ 10 ਬੰਦਿਆਂ ਦਾ ਬੋਝ ਹੈ ਜਿਹੜਾ ਉਹ ਪੰਜਾਬ ਸਰਕਾਰ ਤੇ ਜ਼ਰੂਰ ਪਊਗਾ, ਪੰਜਾਬ ਸਰਕਾਰ ਤੇ ਨਹੀਂ ਸਾਡੇ ਤੇ ਪਊਗਾ। सत श्री अकाल, मैं हरसिंदर सिंह ते तुसी वेख रहे हो नज़रिया बियॉन्ड। जी हाँ, नज़र रहेगी अज सुरक्षा ते, किन्नी क सिक्योरिटी तुहानूं चाहीदी है, किन्नी क मैनूं चाहीदी है, ते किन्नी क सियासतदानां नूं चाहीदी है, ते किन्ने क सियासतदान पंजाब दे सियासतदान किन्ने क खतरे च ने। क्यों? क्योंकि अज नवजोत सिंह सिद्धू सुरक्षा नूं लैके हाई कोर्ट पहुंचे सी, कहंदे वाई नहीं मैनूं तां Z+ सिक्योरिटी दे दित्ती जाए। किन्ना क फर्क है ते किन्ने को अपने आप को असुरक्षित महसूस करते हैं, क्योंकि इसे ते ही चर्चा करांगे कि अज सुनवाई के दौरान 5 मई को पंजाब सरकार नूं हराकी कोर्ट ने नोटिस जारी किया। तो आओ इसे ते ही चर्चा करने लई मेरे नाल मौजूद रहेंगे प्रोफैसर मनजीत सिंह जी। आओ उन्होंने स्वागत कर लेने। सत श्री अकाल मनजीत सिंह जी। सत श्री अकाल सुरिंदर जी। प्रोफैसर साहब, मैनूं Z+ सिक्योरिटी चाहिए है। ये सियासतदान जो वोट मंगते हैं इन्हां लोकां दे कोल ही आंदे ने, यही लोग सगों ये गल नूं तस्दीक भी करते हैं कि जदों वोटां मंगते ने इन्हां लोकां च आंदे हो ते जदों सत्ता च आंदे हो फिर तुहानूं सिक्योरिटियां ये लोकां दे विच फिर वो तुहानूं क्यों एक चीज़ां अलग चाहीदियां ने। किन्ना क फर्क है जिहड़ी हुण सिक्योरिटी नवजोत सिंह सिद्धू नूं मिली है ते Z+ सिक्योरिटी दे विच? जी देखो, ਇਹ ਜਿਹੜਾ ਸਿਕਿਉਰਿਟੀ ਦਾ ਮਾਮਲਾ ਹੈ ਨਾ, ਉਹ ਪਤਾ ਨਹੀਂ ਇਹਦੇ ਵਿੱਚ ਪੋਲਿਟਿਕਸ ਵੀ ਹੈ, ਇਹਦੇ 'ਚ ਬਿਲਕੁਲ ਜੈਨੂਅਨਲੀ ਚਾਹੀਦਾ ਵੀ ਹੈ, ਇਹ ਕਈ ਕਿਸਮ ਦਾ ਇਹਦੇ 'ਚ ਇਹਦੇ ਆਸਪੈਕਟ ਹੈਗੇ ਆ। ਇਹਨੂੰ ਆਪਾਂ ਐਡਾ ਸੌਖਾ ਇੱਕਦਮ ਇੱਕੋ ਕੇਸ ਨੂੰ ਲੈ ਕੇ ਜਨਰਲੀ ਰਿਜ਼ੋਲਵ ਨਹੀਂ ਕਰ ਸਕਦੇ। ਇਸ ਲਈ ਇਹ ਜ਼ਰੂਰੀ ਹੈਗਾ ਕਿ ਆਪਾਂ ਇਹਦੋਂ ਪਹਿਲਾਂ ਕਿ ਕੋਈ ਜਸਟ ਨਵਜੋਤ ਸਿੱਧੂ ਦੇ ਇਹ ਸਾਰੀ ਗੱਲ ਦੇ ਉੱਤੇ ਇੱਕਦਮ ਜੰਪ ਕਰ ਜਾਈਏ ਕਿ ਇਹ ਚਾਹੀਦੀ ਆ Z+ ਚਾਹੀਦੀ ਆ, ਆਪਾਂ ਦੇਖੀਏ ਕਿ ਕਿਹਨੂੰ ਕਿਹਨੂੰ ਸਿਕਿਉਰਿਟੀ ਮਿਲਦੀ ਆ ਤੇ ਕਿੰਨਾ ਕਾਰਨਾਂ ਕਰਕੇ ਮਿਲਦੀ ਹੈ। ਬਹੁਤ ਸਾਰਾ 8 ਤੋਂ 10% ਪੁਲਿਸ ਦਾ ਅਮਲਾ ਫੈਲਾ ਤਾਂ ਪੁਲਿਸ ਦੇ ਆਪਣੇ ਅਫਸਰਾਂ ਨੂੰ, IASਾਂ ਨੂੰ ਜਾਂ ਇਹੋ ਜਿਹਿਆਂ ਨੂੰ ਹੀ ਜ਼ਿਆਦਾ ਸਿਕਿਉਰ ਕਰਨ ਲਈ ਚੱਲ ਜਾਂਦਾ, ਲੱਗ ਜਾਂਦਾ। ਉਹਦੇ ਤੋਂ ਫਿਰ ਇੱਕ ਵੱਡਾ ਹਿੱਸਾ ਰਾਜਨੀਤਿਕ ਲੋਕਾਂ ਨੂੰ ਵੀ ਜਾਂਦਾ, ਫਿਰ ਬਹੁਤ ਸਾਰਾ ਵੱਡਾ ਹਿੱਸਾ ਕਿ ਜਿਹੜੇ ਪੁੱਠੇ ਸਿੱਧੇ ਕੰਮ ਕਰਦੇ ਆ, ਕੋਈ ਸਮਾਜਿਕ ਸਿੱਧਾ ਕੰਮ ਨਹੀਂ, ਕੋਈ ਇਨਕਲਾਬੀ ਕੰਮ ਨਹੀਂ, ਕੋਈ ਲੋਕ ਹੇਤੂ ਕੰਮ ਨਹੀਂ, ਕੋਈ ਪੁੱਠੀ ਸਟੇਟਮੈਂਟ ਦੇ ਦਿੱਤੀ, ਪੁੱਠੀ ਅੱਗ ਲਾਊ ਸਟੇਟਮੈਂਟ ਦੇ ਦਿੱਤੀ ਤੇ ਕੁਦਰਤੀ ਆ ਉਹਦਾ ਰਿਐਕਸ਼ਨ ਵੀ ਲੋਕਾਂ ਦਾ ਹੋਊਗਾ। ਉਹ ਰਿਐਕਸ਼ਨ ਨੂੰ ਦੇਖ ਕੇ ਤੇ ਸਰਕਾਰ ਨੂੰ ਅਪਲਾਈ ਕਰ ਦਿੰਦੇ ਆ ਤੇ ਕਹਿੰਦੇ ਜੀ ਸਾਨੂੰ ਹੁਣ ਸਿਕਿਉਰਿਟੀ ਦਿਓ। ਸਰਕਾਰ ਬਿਨਾਂ ਇਹ ਸੋਚਿਆ ਕਿ ਪਹਿਲਾਂ ਤੇ ਇਹਦੇ ਤੇ FIR ਦਰਜ ਕੀਤੀ ਜਾਏ ਬੰਦੇ ਤੇ ਜਿਹਨੇ ਗਲਤ ਸਟੇਟਮੈਂਟ ਦਿੱਤੀ ਤੇ ਇਹਨੂੰ ਜੇਲ੍ਹ 'ਚ ਦਿੱਤਾ ਜਾਏ, ਉਹਨੂੰ ਸਿਕਿਉਰਿਟੀ ਦੇ ਕੇ ਹੋਰ ਅੱਗੇ ਤੋਰ ਦਿੰਦੇ ਆ ਵੀ ਇਹੋ ਜਿਹੇ ਪੁੱਠੇ ਸਿੱਧੇ 4 ਕੰਮ ਹੋਰ ਕਰ। ਇਹ ਕਈ ਫਿਰ ਬਹੁਤ ਸਾਰੇ ਜਿਹੜੇ ਧਾਰਮਿਕ ਸਾਡੇ ਇੱਥੇ ਡੇਰੇ ਆ, ਹੋਰ ਆ, ਰਾਜਨੀਤਿਕ ਕਾਰਨਾਂ ਕਰਕੇ ਉਹਨਾਂ ਨੂੰ ਵੀ ਸਿਕਿਉਰਿਟੀ ਕਾਫੀ ਇੱਧਰੋਂ ਉੱਧਰੋਂ ਮਿਲਦੀ ਹੈ ਤੇ ਹੋਰ ਕਈ ਸੁੱਖ ਸੁਵਿਧਾ ਸਰਕਾਰੀ ਸਹੂਲਤਾਂ ਵੀ ਮਿਲ ਰਹੀਆਂ। ਸਟੇਟ ਦਾ ਕੀ ਕੰਮ ਹੈ? ਉਹਨਾਂ ਨੂੰ ਆਪਣੀ ਇੱਕ ਬੜੀ ਕਲੀਅਰ ਕੱਟ ਪਾਲਿਸੀ ਹੋਣੀ ਚਾਹੀਦੀ ਹੈ। ਬਿਲਕੁਲ ਤੁਸੀਂ ਜਿਵੇਂ ਸੁਰਿੰਦਰ ਜੀ ਸ਼ੁਰੂ 'ਚ ਹੀ ਫਰਮਾਇਆ ਕਿ ਜਦੋਂ ਤੇ ਵੋਟਾਂ ਮੰਗਦੇ ਆ ਉਦੋਂ ਤੇ ਐਵੇਂ ਬਣ ਕੇ ਜਾਂਦੇ, ਗਊ ਜਿਸ ਤਰ੍ਹਾਂ ਮੂੰਹ 'ਚ ਘਾਹ ਦੀ ਤਿੜ ਲੈ ਕੇ ਜਾਂਦੇ ਆ ਕਿ ਮਾਫ ਕਰੋ ਅਸੀਂ ਤੇ ਤੁਹਾਡੇ ਹੀ ਆ, ਅਸੀਂ ਤੇ ਤੁਹਾਡੇ ਪੈਰਾਂ 'ਚ ਬੈਠੇ ਆ, ਸਾਨੂੰ ਤੇ ਕੋਈ ਜਿਉਂ ਹੀ ਸੱਤਾ ਆ ਜਾਂਦੀ ਆ ਤੇ ਫਿਰ ਉਹ ਤੇਵਰ ਇਹੋ ਜਿਹੇ ਤਿੱਖੇ ਹੁੰਦੇ, ਪੁੱਛਦੇ ਹਾਂ ਤੂੰ ਕੌਣ ਆ, ਕਿੱਥੋਂ ਆਇਆ ਸੀ? ਅੱਛਾ ਹੁਣ ਆਇਆ, ਕੋਈ ਗੱਲ ਨਹੀਂ। ਇਹ ਇੱਕਦਮ ਜਿਹੜਾ ਦੂਜਾ ਗਿਰਗਿਟ ਦਾ ਰੰਗ ਆ ਉਹ ਅਸਲੀ ਰੰਗ ਸਾਹਮਣੇ ਆ ਜਾਂਦਾ।
ਉਹ ਵੀ ਇਸੇ ਕਰਕੇ ਹੀ ਹੁੰਦਾ ਕਿਉਂਕਿ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸਿਕਿਉਰਿਟੀ ਹੁੰਦੀ ਹੈ। ਚੀਫ ਮਿਨਿਸਟਰ ਦੇ ਨਾਲ ਕਿੰਨਾ ਕੁਛ ਅਮਲਾ ਫੈਲਾ 300 400 ਬੰਦੇ ਇੱਧਰ ਉੱਧਰ ਜਾਂਦੇ ਆ ਸਾਰੀ ਜਗ੍ਹਾ, ਇਸੇ ਕਰਕੇ ਕਿਉਂਕਿ ਉਹਨਾਂ ਨਾਲ ਇੰਨਾ ਬੰਦੇ ਹੁੰਦੇ ਆ। ਜੋ ਉਹਨਾਂ ਨੂੰ ਆਰਡਰ ਹੋ ਗਿਆ ਲੋਕਾਂ ਨੂੰ, ਉਹਨਾਂ ਨੇ ਆਮ ਜਨਤਾ ਨੂੰ ਉਸੇ ਤਰੀਕੇ ਨਾਲ ਮਿਲਣ ਦੇਣਾ। ਚਾਹੁਣਗੇ ਚੀਫ ਮਿਨਿਸਟਰ ਸਾਹਿਬ ਤੇ ਮਿਲ ਦੇਣਗੇ, ਨਹੀਂ ਚਾਹੁਣਗੇ ਤੇ ਨਹੀਂ ਮਿਲ ਦੇਣਗੇ। ਇਸ ਕਿਸਮ ਦਾ ਸਿਕਿਉਰਿਟੀ ਦਾ ਮਤਲਬ ਵੀ ਇੱਕ ਰਾਜਨੀਤਿਕ ਤੌਰ ਤੇ ਲੋਕਾਂ ਨੂੰ ਪਰਾਂ ਕਰਨਾ ਤੇ ਉਹਨਾਂ ਦੀ ਗੱਲ ਨਾ ਸੁਣਨੀ, ਉਹਨਾਂ ਤੋਂ ਦੂਰ ਹਟ ਜਾਣਾ ਤੇ ਆਪਣੇ ਹੀ ਅੰਦਰ ਆਪਣੀ ਕਕੂਨ ਚ, ਜਿਵੇਂ ਉਹ ਰੇਸ਼ਮ ਦਾ ਕੀੜਾ ਅੰਦਰ ਆਪਣੀ ਕਕੂਨ ਚ ਬੈਠਾ ਹੁੰਦਾ, ਉਂਝ ਬੈਠ ਜਾਣਾ। ਇਸ ਤਰੀਕੇ ਦੇ ਰਾਜ ਕਰਨ ਦੀਆਂ ਸਾਡੀਆਂ ਚਾਲਾਂ ਜਾਂ ਸੋਚਾਂ ਇੱਥੇ ਭਾਰੂ ਹੈ। ਹੁਣ ਰਹੀ ਗੱਲ ਜਿੱਥੋਂ ਆਪਾਂ ਸ਼ੁਰੂ ਕੀਤੀ ਹੈਗੀ, ਦੇਖੋ ਇਹ ਕਿੰਨੀ ਚਾਹੀਦੀ ਕਿੰਨੀ ਨਹੀਂ ਚਾਹੀਦੀ, ਤੇ ਸੈੱਟ ਰੂਲਸ ਹੋਣੇ ਚਾਹੀਦੇ ਸੁਰਿੰਦਰ ਜੀ। ਪਹਿਲਾਂ ਤੇ ਇਹ ਫੈਸਲਾ ਹੋਣਾ ਚਾਹੀਦਾ, ਮੈਂ ਕਹਿੰਦਾ ਭਾਵੇਂ ਕੋਈ ਰਿਵਿਊ ਕਮੇਟੀ ਬਣਾ ਲਓ, ਭਾਵੇਂ ਕੋਈ ਕਮਿਸ਼ਨ ਬਣਾ ਲਓ ਪੰਜਾਬ ਦੇ ਅੰਦਰ, ਭਈ ਕਿਹਨੂੰ ਸਿਕਿਉਰਿਟੀ ਦੇਣੀ ਆ ਤੇ ਕਿਹੜਾ ਜਿਹੜਾ ਸਿਕਿਉਰਿਟੀ ਹੁਣ ਲਈ ਫਿਰਦਾ ਉਹਦੀ ਵਾਪਸ ਲੈਣੀ ਹੈ। ਇਹਦੇ 'ਚ ਕੋਈ ਹਰਜ ਨਹੀਂ ਹੈ। ਬਹੁਤ ਸਾਰੇ ਨਜਾਇਜ਼ ਬੰਦੇ ਲਈ ਫਿਰਦੇ ਆ ਔਰ ਪੁੱਠੇ ਕੰਮ ਕਰਕੇ ਲਈ ਫਿਰਦੇ ਆ, ਉਹਨਾਂ ਨੂੰ ਕਾਹਦੀ ਸਿਕਿਉਰਿਟੀ ਦੇਣੀ ਆ? ਉਹਨਾਂ ਤੇ ਕੇਸ ਹੋਣੇ ਚਾਹੀਦੇ, ਜਿਵੇਂ ਮੈਂ ਪਹਿਲਾਂ ਕਿਹਾ। ਪਰ ਕਈ ਬੰਦੇ ਜੈਨੂਅਨਲੀ ਉਹਨਾਂ ਦੇ ਦਿੱਕਤਾਂ ਵੀ ਹੈਗੀਆਂ, ਕਾਰਨ ਉਹਨਾਂ ਦੇ ਆਪਣੇ ਹੋਣ ਦੂਜੇ ਹੋਣ, ਉਹ ਵੀ ਐਡਰੈਸ ਕਰਨੇ ਚਾਹੀਦੇ ਆ। ਕੋਈ ਉਹਨਾਂ ਦੀਆਂ ਗਲਤੀਆਂ ਉਹ ਵੀ ਐਡਰੈਸ ਹੋਣੀਆਂ ਚਾਹੀਦੀਆਂ। ਜਿਨ੍ਹਾਂ ਨੇ ਵੱਡੀਆਂ ਗਲਤੀਆਂ ਕੀਤੀਆਂ FIR ਦਰਜ ਹੋਣੀਆਂ ਚਾਹੀਦੀਆਂ। ਪਰ ਇਹ ਕੋਈ ਵੀ ਚੰਗਾ ਮਾੜਾ ਬੰਦਾ, ਸਟੇਟ ਦਾ ਫਰਜ਼ ਹੈਗਾ ਕਿ ਉਹਦਾ ਜਿੰਦਾ ਰਹਿਣ ਦਾ ਅਧਿਕਾਰ ਹੈਗਾ, ਉਹਦਾ ਫੰਡਾਮੈਂਟਲ ਅਧਿਕਾਰ ਵੀ ਆ, ਕਾਨੂੰਨ ਅਧਿਕਾਰ ਵੀ ਆ, ਮੋਰਲ ਅਧਿਕਾਰ ਵੀ ਹੈ। ਇਸ ਲਈ ਸਟੇਟ ਨੂੰ ਉਸ ਤਰੀਕੇ ਨਾਲ ਸੋਚਣਾ ਚਾਹੀਦਾ। ਮੈਂ ਇੱਕੋ ਗੱਲ ਕਹਿ ਕੇ ਗੱਲ ਨੂੰ ਆਪਾਂ ਅੱਗੇ ਤੋਰਾਂਗੇ ਕਿ ਸਾਡੇ ਸਾਹਮਣੇ ਕਲਾਸਿਕ ਕੇਸ ਹੈ ਸਿੱਧੂ ਮੂਸੇਵਾਲੇ ਦਾ। ਉਹਦੀ ਸਿਕਿਉਰਿਟੀ ਸੀਗੀ, ਉਹ ਕਿਉਂ ਘੱਟ ਕੀਤੀ ਗਈ? ਕਦੀ ਕਿਸੇ ਨੇ ਤੁਹਾਨੂੰ ਦੱਸਿਆ? ਪਹਿਲਾਂ ਇੱਕ ਵਾਰੀ ਘਟਾਈ ਗਈ, ਪਹਿਲਾਂ ਕਾਫੀ ਸੀ, ਉਹ 4 ਜਾਂ 6 ਬੰਦਿਆਂ ਤੇ ਕਰ ਦਿੱਤੀ ਗਈ, ਫਿਰ ਉਹਦੇ ਚੋਂ 2 ਹੀ ਰਹਿਣ ਦਿੱਤੇ, ਤੇ ਜਿਹੜੇ 2 ਵੀ ਸੀ ਉਹ ਵੀ ਨਾਲ ਨਹੀਂ ਗਏ, ਤੇ ਜਿਸ ਕਰਕੇ ਉਹ ਮਰਡਰ ਸਾਰੇ ਸਾਹਮਣੇ ਦੇ ਹੋਇਆ, ਤੇ ਜਿਹਦਾ ਰਾਜਨੀਤਿਕ ਖਮਿਆਜਾ ਸੰਗਰੂਰ ਦੀ ਸੀਟ 'ਚ ਹੋਣ ਵਾਲੀ ਆਮ ਆਦਮੀ ਪਾਰਟੀ ਨੂੰ ਭੁਗਤਣਾ ਵੀ ਪਿਆ। ਉਹਦੇ ਬਾਅਦ ਸਾਨੂੰ ਸਿੱਖ ਜਾਣਾ ਚਾਹੀਦਾ, ਫਿਰ ਸੁਣ ਲੈਣਾ ਚਾਹੀਦਾ ਕਿ ਜਦੋਂ ਤੁਸੀਂ ਕਿਸੇ ਨੂੰ ਕਿਹੜੇ ਪੱਧਰ ਦੀ ਸਿਕਿਉਰਿਟੀ ਦੇਣੀ ਆ, ਉਸ ਪੱਧਰ ਦਾ ਕੀ ਉਹਨਾਂ ਨੂੰ ਪਹਿਲਾਂ ਥ੍ਰੈਟ ਹੈ। ਜੇ ਬੰਦਾ ਕਲੇਮ ਕਰਦਾ ਕਿ ਮੈਨੂੰ ਉਸ ਪੱਧਰ ਦਾ, ਵੱਡੇ ਪੱਧਰ ਦਾ ਥ੍ਰੈਟ ਹੈ, ਮੈਨੂੰ ਇਸ ਪੱਧਰ ਦੀ ਸਿਕਿਉਰਿਟੀ ਚਾਹੀਦੀ ਹੈ, ਤਾਂ ਤੁਹਾਨੂੰ ਉਹਦੀ ਤਹਿਕੀਕਾਤ ਕਰ ਲੈਣੀ ਚਾਹੀਦੀ ਹੈ, ਕਿਉਂਕਿ ਤੁਹਾਡੇ ਕੋਲ ਏਜੰਸੀਆਂ ਹੈ, ਸਾਧਨ ਹੈ, ਕਾਨੂੰਨ ਹੈ, AG ਦਾ ਪੈਰਾਫਰਨੇਲੀਆ ਹੈ, ਸਾਰਾ ਕੁਝ ਹੈ। ਤੇ ਜੇ ਉਹ ਤੁਸੀਂ ਠੀਕ ਸਮਝਦੇ ਤੇ ਦੇਣੀ ਚਾਹੀਦੀ ਹੈ, ਦੇਣੀ ਪਊਗੀ, ਉਹਦਾ ਤੇ ਹੱਲ ਕੋਈ ਹੈ ਨਹੀਂ। ਇਹ ਕੋਈ ਸਜਾਵਟ ਨਹੀਂ ਹੈ ਸਿਕਿਉਰਿਟੀ, ਕਈਆਂ ਲਈ ਸਜਾਵਟ ਵੀ ਹੈ। ਤੇ ਦੇਖੋ ਇੱਕ ਜਿਪਸੀ ਮੇਰੇ ਅੱਗੇ ਜਾ ਰਹੀ ਹੈ, ਇੱਕ ਪਿੱਛੇ ਜਾ ਰਹੀ ਹੈ, ਡੂ ਹੂੰ ਕਰਕੇ, ਮੈਂ ਲੋਕਾਂ ਨੂੰ ਕਿਸੇ ਨੂੰ ਸਮਝਦਾ ਨਹੀਂ, ਇਹ ਮੇਰੀ ਦਾਦਾਗਿਰੀ ਹੈ, ਇਹ ਮੇਰੀ, ਉਹ ਇੱਕ ਸਾਡੀ ਜਗੀਰੂ ਸੋਚ ਚੋਂ, ਪੁਰਾਣੀ ਸੋਚ ਚੋਂ ਨਿਕਲਦਾ ਕਿ ਮੈਂ ਲੋਕਾਂ ਤੇ ਪੁਲਿਸ ਦੇ ਨਾਲ ਦਬਦਬਾ ਪਾ ਸਕਦਾ, ਪ੍ਰਭਾਵ ਪਾ ਸਕਦਾ। ਇਹ ਵੀ ਬਹੁਤ ਸਾਰੇ ਬੰਦੇ ਸਾਡੇ 'ਚ ਹੈਗੇ ਜਿਨ੍ਹਾਂ ਨੂੰ, ਜਿਹੜੇ ਕਹਿੰਦੇ ਕਿ ਕਿਸੇ ਵੀ ਤਰੀਕੇ ਨਾਲ ਸਾਡੇ ਨਾਲ 4 ਬੰਦੇ ਪੁਲਿਸ ਦੇ ਤੁਰਨੇ ਚਾਹੀਦੇ। ਬਹੁਤ ਸਾਰੇ ਸ਼ਰੀਫ ਬੰਦੇ ਸੁਰਿੰਦਰ ਜੀ ਇਹੋ ਜਿਹੇ ਆ ਜਿਹਨੂੰ ਸਰਕਾਰ ਕਹਿੰਦੀ ਹੈ ਕਿ ਤੁਹਾਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਆ, ਉਹ ਕਹਿੰਦੇ ਮਾਫ ਕਰੋ ਯਾਰ, ਮੇਰੇ ਕੋਲ ਤੇ ਆਪਣੀ ਰੋਟੀ ਖਾਣ ਜੋਗੀ ਨਹੀਂ, ਮੇਰੇ ਕੋਲ ਆਪਣੀ ਛੱਤ ਸਿਰ ਤੇ ਹੈ ਨਹੀਂ, ਤੁਸੀਂ ਮੇਰੇ ਨਾਲ ਪਿੱਛੇ ਹੋਰ 4 ਬੰਦੇ ਲਾ ਦਿਓਗੇ, ਮੈਂ ਨਹੀਂ ਇਹਨਾਂ ਨੂੰ ਸਹਾਰ ਸਕਦਾ, ਇਹਨਾਂ ਨੂੰ ਰੱਖੋ, ਮੈਨੂੰ ਮਰਨਾ ਹੀ ਪਸੰਦ ਆ, ਕਿਉਂਕਿ ਵੈਸੇ ਵੀ ਇਸ ਸਿਕਿਉਰਿਟੀ ਦਾ ਮੈਨੂੰ ਕੀ ਫਾਇਦਾ। ਕਈ ਬੰਦੇ ਇਹੋ ਜਿਹੇ ਵੀ ਹੈ ਸਾਡੇ 'ਚ ਜਿਹੜੇ ਸਮਝਦੇ ਆ ਕਿ ਇਹਦੇ ਨਾਲ ਤੁਸੀਂ ਇੰਟੈਲੀਜੈਂਸ ਦਾ ਨੈਟਵਰਕ ਸਾਡੇ ਪਿੱਛੇ ਲਾ ਦਿੰਦੇ ਆ, ਜਿੱਥੇ ਅਸੀਂ ਜਾਂਦੇ ਹਾਂ ਉਹ ਸਾਰੀਆਂ ਸਾਡੀਆਂ ਖਬਰਾਂ ਬੁਲਾਉਂਦੇ, ਸਾਡੀ ਤੇ ਕੋਈ ਪ੍ਰਾਈਵੇਸੀ ਰਹਿੰਦੀ ਨਹੀਂ, ਅਸੀਂ ਆਪਣੀ ਸਿਕਿਉਰਿਟੀ ਆਪ ਹੀ ਕਰ ਲੈਂਗੇ। ਬਹੁਤ ਸਾਰੇ ਐਕਟਿਵਿਸਟ ਇੰਜ ਵੀ ਕਰਦੇ ਆ। ਹੁਣ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦਾ, ਮੈਂ ਦੁਬਾਰਾ ਆ ਜਾਵਾਂ, ਇਸ ਗੱਲ ਨੂੰ ਸੀਰੀਅਸਲੀ ਲੈਣਾ ਚਾਹੀਦਾ। ਕਾਰਨ ਨਵਜੋਤ ਸਿੰਘ ਸਿੱਧੂ ਇੱਕ ਨੈਸ਼ਨਲ ਫੇਮ ਦੇ ਕ੍ਰਿਕਟੀਅਰ ਪਲੇਅਰ, ਕ੍ਰਿਕਟ ਪਲੇਅਰ ਆ, ਕਲਾਕਾਰ ਆ, TV ਆਪਾਂ ਦੇਖਦੇ ਆ ਪਰਫਾਰਮਰ ਹੈਗੇ ਆ, ਤੇ ਪੋਲੀਟਿਕਸ ਦੇ ਵਿੱਚ ਵੀ ਆ ਲੰਬੀ ਦੇਰ ਦੇ ਤੋਂ। ਇਸ ਲਈ ਜੇ ਕੋਈ ਉਹਨਾਂ ਦੀ ਸ਼ਿਕਾਇਤ ਆ, ਜੇ ਨਹੀਂ ਸੁਣੀ ਗਈ, ਉਹਨਾਂ ਨੂੰ ਕੋਰਟ ਜਾਣਾ ਪਿਆ, ਕੋਰਟ ਨੇ ਜਿਹੜੇ ਆਪਣੇ ਕੁਦਰਤੀ ਆਓ ਪਾਰਟੀਆਂ ਨੂੰ ਨੋਟਿਸ ਜਾਰੀ ਕਰਨਗੇ ਕਿ ਦੱਸੋ ਵੀ ਇਹ ਜੋ ਕਹਿ ਰਹੇ ਆ, ਕੰਪਲੇਂਟ ਆਈ ਹੈ, ਤੁਹਾਡਾ ਕੀ ਰਿਸਪੌਂਸ ਹੈਗਾ। ਉਦੋਂ ਬਾਅਦ ਉਹ ਰਿਵਿਊ ਹੋ ਜਾਊਗੀ। ਪਰ ਜੇ ਉਹ ਘਟਾਈ ਜਾਂਦੀ ਹੈ ਤਾਂ ਸਟੇਟ ਲਈ ਬਹੁਤ, ਔਰ ਕੋਈ ਮੰਦਭਾਗੀ ਘਟਨਾ ਖੁਦਾ ਨਾ ਕਰੇ ਹੋ ਜਾਏ, ਤਾਂ ਸਿੱਧੂ ਮੂਸੇ ਤੋਂ ਵਾਲੇ ਤੋਂ ਬਾਅਦ ਇਸ ਸਟੇਟ ਤੇ ਕੋਈ ਵਿਸ਼ਵਾਸ ਨਹੀਂ ਕਰੂਗਾ
ਇਸ ਲਈ ਇਹ ਹੋਰ ਵੀ ਜ਼ਰੂਰੀ ਹੈ ਕਿ ਪ੍ਰੋਫੈਸਰ ਸਾਹਿਬ ਬਿਲਕੁਲ ਤੁਹਾਡੀ ਗੱਲ ਵਾਜਬ ਹੈ, ਬਿਲਕੁਲ ਗੱਲ ਤੁਹਾਡੀ ਵਾਜਬ ਹੈ। ਮੇਰਾ ਸਵਾਲ ਦੇਖੋ, ਮੈਂ ਇੱਕ ਆਮ ਬੰਦਾ ਕੀ ਸੋਚਦਾ, ਮੈਂ ਇਹ ਸੋਚਦਾ ਕਿ ਇੱਕ ਬੰਦੇ ਦੇ ਸਿਕਿਉਰਿਟੀ ਦੇ ਵਿੱਚ 25 ਬੰਦੇ ਲੱਗੇ ਗਏ ਸੀ, ਉਹਨੂੰ ਘਟਾ ਕੇ 15 ਕਰ ਦਿੱਤੇ। 25 ਬੰਦੇ ਜਿਹੜੇ ਲੱਗੇ ਸੀ ਉਹਨਾਂ ਕੋਲ ਵੀ AK-47 ਸੀ, ਉਹ ਪੁਲਿਸ ਨਾਲ ਸੰਬੰਧਿਤ ਸੀ, ਉਹ ਪੂਰੇ ਐਕਟਿਵ ਸੀ, ਉਹ ਘਟਾ ਕੇ 15 ਕਰ ਦਿੱਤੇ। ਇੱਕ ਉਹ ਸਿਕਿਉਰਿਟੀ, ਇੱਕ ਤਾਂ ਇਹ ਹੈ ਵੀ ਜੇ ਉਸ ਤਰੀਕੇ ਦੀ ਇੱਕ 25 ਤੋਂ ਘਟਾ ਕੇ 2 ਕਰ ਦਿੱਤੇ ਗਏ, ਉਹ ਤਾਂ ਮੰਨ ਸਕਦੇ ਵੀ ਉਹ ਸਿਕਿਉਰਿਟੀ ਘਟਾਈ। ਮੈਨੂੰ ਇੱਕ ਚੀਜ਼ ਸਮਝਣ ਵਾਲੀ ਹੈ, ਆਪਾਂ ਪੰਜਾਬ 'ਚ ਆ, ਤੁਹਾਨੂੰ ਲੱਗਦਾ ਕਿ ਹਾਲੇ ਵੀ ਆਪਣਾ ਕੋਈ ਇਹੋ ਜਿਹਾ ਦੌਰ ਹੈਗਾ ਚੱਲ ਰਿਹਾ, ਅੱਤਵਾਦ ਦੌਰ ਚੱਲ ਰਿਹਾ? ਵਾਰ-ਵਾਰ ਉਹੀ ਗੱਲ ਹੈ ਵੀ ਇੱਥੇ ਆਪਾਂ ਪੰਜਾਬ 'ਚ ਵਿਚਰ ਰਹੇ ਆ, ਕੋਈ ਨਕਸਲਾਈਟ ਇੱਥੇ ਸਟੇਟ ਨਹੀਂ ਹੈ, ਕੋਈ ਇਸ ਤਰੀਕੇ ਨਾਲ ਨਹੀਂ, ਆਮ ਆਪਾਂ ਵਿਚਰ ਰਹੇ ਆ। ਇੱਕ ਪਾਸੇ ਆਪਾਂ ਸਾਂਝ ਦੀ ਗੱਲ ਕਰਦੇ ਆ, ਜਦੋਂ ਵੋਟਾਂ ਦੀ ਗੱਲ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਕਿ ਹੁਣ ਵਾਈਟ ਸਿਕਿਉਰਿਟੀ ਹੈ ਮੇਰੇ ਕੋਲ, ਨਹੀਂ ਜੀ ਇਹ Z+ ਕਰ ਦਿੱਤੀ ਜਾਏ। ਜਿਹੜਾ ਬੰਦਾ ਹੈ ਅਗਰ ਉਹ ਵਾਈਟ ਸਿਕਿਉਰਿਟੀ ਤੇ Z+ ਸਿਕਿਉਰਿਟੀ ਦੇ ਵਿੱਚ ਅੰਤਰ ਕੀ ਹੈ? 10 ਬੰਦਿਆਂ ਦਾ ਅੰਤਰ ਹੈ, ਕਮਾਂਡੋਜ਼ ਮਿਲ ਜਾਣਗੇ। ਤਾਂ ਜਾਂ ਤਾਂ ਇੱਕ ਮੈਨੂੰ ਇਹ ਲੱਗਦਾ ਹੈ ਅਗਰ ਪੰਜਾਬ ਸਰਕਾਰ, ਇੱਕ ਤਾਂ ਰੋਜ਼ਗਾਰ ਮਿਲ ਜੂ ਮੈਨੂੰ ਲੱਗਦਾ ਲੋਕਾਂ ਨੂੰ, ਕਿ ਭਰਤੀਆਂ ਵੀ ਹੋ ਜਾਣਗੀਆਂ, ਕਿ ਤੁਸੀਂ ਲਓ ਭਾਵੇਂ Z+ ਸਿਕਿਉਰਿਟੀ, ਜੋ ਖਰਚਾ ਹੈ, ਜਿੰਨੀਆਂ ਤਨਖਾਹਾਂ ਨੇ ਉਹ ਸਾਰੀਆਂ ਜੇਬਾਂ 'ਚੋਂ ਦੇਣੀਆਂ ਸ਼ੁਰੂ ਕਰ ਦੇਣ। ਆ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਕਿ ਕੋਈ ਬੰਦਾ ਵਾਕਈ ਕੁਝ ਅਬੀ-ਨਬੀ ਬੋਲ ਕੇ ਉਹ ਵੀ ਸਿਕਿਉਰਿਟੀ ਲੈ ਲੈਂਦਾ। ਹੁਣ ਅੱਜ ਦੀ ਮੈਂ ਇੱਕ ਉਦਾਹਰਨ ਦੇਣਾ ਤੁਹਾਨੂੰ, ਹੁਣੇ ਰੋਪੜ ਦੇ ਵਿੱਚ, ਰੋਪੜ ਕੋਰਟ ਦੇ ਵਿੱਚ ਪੇਸ਼ੀ ਸੀ, ਪੇਸ਼ੀ ਜਿਹੜਾ ਕਿ ਜਿਹਨੇ ਹੁਣੇ ਬੇਅਦਬੀ ਕੀਤੀ ਸੀ ਜਸਵੀਰ ਸਿੰਘ ਦੀ, ਉੱਥੇ ਵਕੀਲ ਹੀ ਉਹਦੇ ਤੇ ਆਪਦੀ ਜਿਹੜੀ ਲਾਇਸੈਂਸੀ ਪਿਸਤੌਲ ਤਾਣ ਦਿੰਦਾ, ਪੁਲਿਸ ਫੜ ਲੈਂਦੀ ਹੈ। ਹੁਣ ਇਹਦਾ ਮਤਲਬ ਮੰਨਿਆ ਇਹ ਜਾਏ ਇਹਨੇ ਬੇਅਦਬੀ ਵੀ ਕਰ ਲਈ, ਮੰਨ ਲਓ ਇਹਨੂੰ 5 ਸਾਲ ਦੀ ਸਜ਼ਾ ਹੋ ਗਈ ਮਨਜੀਤ ਸਿੰਘ ਜੀ, ਜਾਂ ਮੰਨ ਲਓ 10 ਸਾਲ ਦੀ ਹੋ ਗਈ, ਇਹ ਬਾਹਰ ਆਇਆ, ਇਹ ਤਾਂ ਸਭ ਤੋਂ ਪਹਿਲਾਂ ਜਾਊਗਾ ਜੀ ਮੈਨੂੰ ਤਾਂ ਫਿਰ Z+ ਸਿਕਿਉਰਿਟੀ ਦੇ ਦਿਓ, ਮੈਨੂੰ ਤਾਂ ਖਤਰਾ ਹੀ ਬਹੁਤ ਹੈ ਜੀ। ਬਿਲਕੁਲ ਤੁਸੀਂ ਠੀਕ ਕਹਿੰਦੇ ਆ। ਇਹ ਨਾ ਜਿਸ ਤਰੀਕੇ ਨਾਲ ਸਾਨੂੰ ਮਾਈਂਡ ਸੋਚਦਾ ਆ ਕਿ ਸਿਕਿਉਰਿਟੀ ਦੇ ਨਾਲ ਤੁਸੀਂ ਸਿਕਿਉਰ ਹੋ ਜਾਂਦੇ ਆ, ਇੱਥੇ ਇੰਦਰਾ ਗਾਂਧੀ ਕੋਲ ਸਿਕਿਉਰਿਟੀ ਘੱਟ ਸੀ, ਜਨਰਲ ਵੈਦਿਆ ਕੋਲ ਸਿਕਿਉਰਿਟੀ ਘੱਟ ਸੀ, ਰਾਜੀਵ ਗਾਂਧੀ ਕੋਲ ਸਿਕਿਉਰਿਟੀ ਘੱਟ ਸੀ, ਉਹ ਵੀ ਉਹਨਾਂ ਦੀ ਮਦਰ ਦੀ ਡੈਥ ਤੋਂ ਬਾਅਦ ਦੀ ਗੱਲ ਕਰ ਰਿਹਾ ਮੈਂ। ਉਦੋਂ ਤੇ ਬਹੁਤ ਹੁਸ਼ਿਆਰ ਹੋ ਚੁੱਕੇ ਸੀਗੇ। ਇਸ ਲਈ ਇਹ ਇੱਕ ਐਕਸਕਿਊਜ਼ ਵੀ ਹੈ, ਪਰ ਫਿਰ ਵੀ ਇੱਕ ਸਟੇਟ ਦੀ ਆਪਣੇ ਤੌਰ ਤੇ ਜ਼ਿੰਮੇਵਾਰੀ ਵੀ ਹੈ ਕਿ ਇਹ ਗੱਲ ਤੁਹਾਡੀ ਮੈਂ ਮੰਨਦਾ ਕਿ ਜੇ ਕੋਈ ਪਿੱਛੇ ਹੀ ਪੈ ਜਾਏ ਕਿ ਮੈਂ ਨਹੀਂ ਛੱਡਣਾ, ਫਿਰ ਉਹ ਕਿਤੇ ਨਾ ਕਿਤੇ ਦਾਅ ਲਾ ਜਾਂਦੇ, ਭਾਵੇਂ ਉਹ ਗੈਂਗਸਟਰ ਹੋਣ ਜਾਂ ਕਿਸੇ ਨੂੰ ਸਪਾਰੀ ਦੇ ਕੇ ਕਰਾ ਦਿਓ, ਕੁਛ ਕਰ ਦਿਓ, ਕਿਸੇ ਤਰੀਕੇ ਨਾਲ ਕਰ ਦਿਓ, ਫਿਰ ਉਹ ਭਾਵੇਂ ਕੋਈ ਪੋਲੀਟੀਕਲ ਵੈਂਡੇਟਾ ਹੋਏ, ਉਸ ਕਿਸਮ ਦੇ ਬੰਦੇ ਨਹੀਂ ਛੱਡਦੇ। ਤੁਹਾਡੇ ਸਾਹਮਣੇ ਇੰਟਰ ਗੈਂਗ ਵਾਰ ਕਿਵੇਂ ਚੱਲਦੀਆਂ, ਇੱਕ ਦੂਜੇ ਨਾਲ ਕਿਵੇਂ ਮਾਰਾ ਪਿੱਟੀ ਸਾਰਾ ਕੁਝ ਹੁੰਦਾ। ਪਰ ਮੈਨੂੰ ਇਸ ਗੱਲ ਦਾ ਹੋਰ ਵੀ ਅਫਸੋਸ ਹੁੰਦਾ ਕਿ ਜਾਨੀ ਲੋਕਾਂ ਦਾ ਤੇ ਥਾਣਿਆਂ ਦੇ ਵਿੱਚ ਕੋਈ ਗੱਲ ਸੁਣਨ ਲਈ ਤਿਆਰ ਨਹੀਂ, ਕੋਰਟਾਂ ਕਚਹਿਰੀਆਂ 'ਚ ਕੋਈ ਗੱਲ ਸੁਣਨ ਲਈ ਤਿਆਰ ਨਹੀਂ, ਜਨਤਾ ਜਨਾਰਦਨ ਤੇ ਧੱਕੇ ਖਾਂਦੀ ਹੈ। ਪਰ ਗੈਂਗਸਟਰਾਂ ਦੇ ਨਾਲ ਬੁਲਟ ਪ੍ਰੂਫ ਗੱਡੀਆਂ ਜਾਂਦੀਆਂ, ਪਰੇਡਾਂ ਹੁੰਦੀਆਂ, ਕਿਸੇ ਦੇ 100 ਬੰਦਾ ਜਾ ਰਿਹਾ ਤੇ ਕਿਤੇ ਬਾਬਾ ਰਾਮ ਰਹੀਮ ਆ ਰਿਹਾ ਤੇ ਪੂਰਾ ਕਾਫਲਾ ਆ ਰਿਹਾ ਤੇ ਇਹ ਸਾਰਾ ਕੁਛ ਜਦੋਂ ਤੁਹਾਨੂੰ ਯਾਦ ਹੈ ਨਾ, ਜਦੋਂ ਇਹ ਇੱਥੇ ਪੰਚਕੂਲੇ ਦੇ ਵਿੱਚ ਆਏ ਸੀ ਆਪਣੀ ਅਰੈਸਟ ਤੋਂ ਪਹਿਲਾਂ, ਤੇ ਕਿੱਡਾ ਵੱਡਾ ਕਾਫਲਾ ਉੱਥੋਂ ਚੱਲਿਆ ਸੀਗਾ ਸਰਸੇ ਤੋਂ ਇੱਥੇ ਆ ਕੇ, ਤੇ ਉਹ ਨਾਲ ਕਿੰਨੀ ਸਿਕਿਉਰਿਟੀ, ਸਾਰਾ ਕੁਝ। ਸਟੇਟ ਦਾ ਖਰਚਾ ਨਹੀਂ ਹੁੰਦਾ ਆ। ਆਪਾਂ ਕਾਹਦੇ ਲਈ ਕਰਦੇ ਆ? ਕਿਉਂ ਇਸ ਤਰੀਕੇ ਦੇ ਮਾਹੌਲ ਪੈਦਾ ਕਰਦੇ ਆ? ਆਪਾਂ ਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਗੱਲ ਤੇ ਕਿ ਮੇਰੇ ਸਟੇਟਸ ਸਿੰਬਲ ਨਹੀਂ ਸਿਕਿਉਰਿਟੀ ਨੂੰ ਬਣਾਉਣਾ ਚਾਹੀਦਾ। ਜੇ ਵਾਕਿਆ ਹੀ ਕੋਈ ਜ਼ਰੂਰਤ ਹੈ, ਔਰ ਇਹ ਵੀ ਮੈਂ ਨਾਲ ਫਿਰ ਰਿਪੀਟ ਕਰ ਦਿਆਂ, ਸਿਕਿਉਰਿਟੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਫੁੱਲੀ ਸਿਕਿਉਰ ਹੋ ਗਏ। ਮੈਂ ਤੇ ਤੁਹਾਨੂੰ ਟੌਪ ਦੀਆਂ ਐਗਜ਼ਾਮਪਲਾਂ ਦੇ ਕੇ ਦੱਸਦਾ, ਬੇਨਜ਼ੀਰ ਭੁੱਟੋ ਦਾ ਨਹੀਂ ਬਚੀ, ਤੁਹਾਡੇ ਸਾਹਮਣੇ ਪ੍ਰਧਾਨ ਮੰਤਰੀ ਸੀਗੀ, ਤੇ ਆ ਹੁਣ ਇਮਰਾਨ ਖਾਨ ਤੇ ਕਿਹੋ ਜਿਹੇ ਹਮਲੇ ਹੋਏ ਆ। ਤੇ ਇਸ ਲਈ ਇਸ ਤਰੀਕੇ ਨਾਲ ਇਹ ਸਮਝੋ ਕਿ ਮੇਰੀ 15 ਜਾਂ 10 ਤੋਂ 25 ਜਾਂ 50 ਪੁਲਿਸ ਮੈਨੂੰ ਬਚਾ ਲੂਗੀ, ਇਹ ਵੀ ਸਾਡਾ ਇੱਕ ਭੁਲੇਖਾ ਹੈਗਾ। ਸਵਾਲ ਉਹਦੇ 'ਚ ਲੀਗਲ ਬਣ ਜਾਂਦਾ ਤੇ ਇੱਕ ਮੋਰਲ ਵੀ ਬਣ ਜਾਂਦਾ ਕਿ ਕੀ ਸੱਚੀ ਵਿੱਚ ਫਿਰ ਲੋਕੀ ਪੋਲਿਟਿਕਸ ਕਰਦੇ ਆ ਕਿ ਨਵਜੋਤ ਸਿੱਧੂ ਮੂਸੇਵਾਲੇ ਦਾ ਜੇ ਨਾ ਹਟਾਇਆ ਹੁੰਦਾ ਤੇ ਫਿਰ ਇਹ ਇੰਜ ਹੋ ਜਾਣਾ ਸੀ। ਇਹ ਤੇ ਗੱਲ ਇੱਕ ਇਸ਼ੂ ਤੇ ਬਣਿਆ ਹੀ ਨਾ, ਬਣਦਾ ਵੀ ਰਹੂਗਾ, ਮਾਂ ਬਾਪ ਨੂੰ ਲੱਗਦਾ ਵੀ ਰਹੂਗਾ ਕਿ ਹਾਂ ਇਹਦੇ ਨਾਲ ਧੱਕਾ ਕੀਤਾ ਗਿਆ। ਇਸ ਲਈ ਇਹ ਕੰਪਲੀਕੇਟਡ ਮਾਮਲਾ। ਇਸੇ ਕਰਕੇ ਮੈਂ ਕਹਿੰਦਾ ਕਿ ਇਹ ਸਿਕਿਉਰਿਟੀਆਂ ਦਾ ਜਿਹੜਾ ਮਾਮਲਾ ਨਾ, ਇਹਨੂੰ ਥਾਰੋਲੀ ਰਿਵਿਊ ਕਰਨਾ ਚਾਹੀਦਾ। ਘੱਟੋ ਘੱਟ ਜਿਹੜੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਦੇਣੀ ਹੈ, ਸੈਂਟਰ ਦੀ ਜਿਹੜੀ ਕੋਈ ਲੈਂਦਾ ਉਹ ਲਈ ਜਾਵੇ, ਉਹ ਸੈਂਟਰ ਜਾਣੇ। ਜਿਹਨੂੰ ਅਸੀਂ ਤਨਖਾਹਾਂ ਦਿੰਦੇ ਆ, ਪੰਜਾਬ ਦੇ ਖਜ਼ਾਨੇ ਚੋਂ ਤਨਖਾਹਾਂ ਦੇ ਰਹੇ ਆ,
ਕਿੰਨੇ ਬੰਦੇ ਸਾਡੇ ਸਿਕਿਉਰਿਟੀ 'ਚ ਲੱਗੇ ਆ, ਉਹਦਾ ਥਾਰੋ ਰਿਵਿਊ ਕਰਨਾ ਚਾਹੀਦਾ ਤੇ ਉਹਦੀ ਇੱਕ ਰਿਪੋਰਟ ਤਿਆਰ ਕਰਕੇ ਕੋਰਟ 'ਚ ਵੀ ਦੇਣੀ ਚਾਹੀਦੀ ਆ ਕਿ ਅਸੀਂ ਇੰਜ ਕਰਨਾ ਚਾਹੁੰਦੇ ਆ, ਸਾਨੂੰ ਤੁਸੀਂ ਸਟੇਟ ਚਲੇ ਜਾਏ। ਇਸ ਲਈ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਆ, ਮੈਂ ਜੇ ਨਿੱਜੀ ਤੌਰ ਤੇ ਪੁੱਛੋ ਵੀ 15 ਨੇ ਵੀ ਉਹੀ ਕੰਮ ਕਰਨਾ ਜੋ 25 ਨੇ ਕਰਨਾ, ਮੈਂ ਤੁਹਾਡੇ ਨਾਲ ਸਹਿਮਤ ਹਾਂ। 10 ਨੇ ਵੀ ਉਹੀ ਕੰਮ ਕਰਨਾ, 5 ਅੱਗੇ ਇੱਕ ਜੀਪ 5 ਪਿੱਛੇ, ਤੇ ਜਾਂ ਜਿੰਨੇ ਵੀ ਹੈਗੇ ਆ ਉਹੀ ਕੰਮ ਕਰਨਾ। ਬਹੁਤੇ ਬੰਦਿਆਂ ਨਾਲ ਜ਼ਰੂਰੀ ਨਹੀਂ ਹੈ ਕਿ ਉਹਦੀ ਸੇਫਟੀ ਜ਼ਿਆਦਾ ਵੱਧਦੀ ਆ। ਹਾਂ, ਇੱਕੋ ਲੱਗਦਾ ਬੰਦਿਆਂ ਨੂੰ ਕਈ ਵਾਰੀ ਕਿ ਮੈਂ ਕਿੱਡਾ ਵੱਡਾ ਬੰਦਾ, ਮੇਰੇ ਨਾਲ ਇੰਨੇ ਬੰਦੇ ਚੱਲਦੇ ਆ, ਸਰਕਾਰੀ ਖਰਚੇ। ਗੱਲ ਹੈ ਨਾ ਜਿਹੜੀ ਅਖੀਰਲੀ ਗੱਲ ਹੈ, ਮੈਨੂੰ ਲੱਗਦਾ ਕਿ ਕ੍ਰਕਸ ਆਫ ਦਾ ਸਟੋਰੀ ਇਹ ਹੈ ਕਿ ਹਾਂ ਮੇਰੇ ਕੋਲ ਬੰਦੇ ਜ਼ਿਆਦਾ ਨੇ, ਮੈਂ ਦਿਖਾਣ ਵਾਲਾ ਜ਼ਿਆਦਾ ਬਣਾ। ਕਿਉਂਕਿ ਆਪਣੀ ਦੇਖੋ ਹੁਣ ਆਪਾਂ ਨੂੰ ਲੋਕ ਜ਼ਿਆਦਾ ਦੇਖਣ ਵਾਲੇ US ਕੈਨੇਡਾ ਦੇ ਵਿੱਚ ਨੇ, ਕਿ US ਤੇ ਕੈਨੇਡਾ ਦੇ ਵਿੱਚ ਤੁਸੀਂ ਦੇਖੋ ਉੱਥੋਂ ਦਾ MP ਹੋਵੇ, MLA ਹੋਵੇ, ਆਮ ਵਿਚਰਦੇ ਇਹਨਾਂ ਨੂੰ ਤੱਕ ਨਹੀਂ ਸਿਕਿਉਰਿਟੀ ਮਿਲਦੀ। ਕਿ ਉੱਥੋਂ ਇੱਥੇ ਆਪਾਂ ਗੱਲ ਕਰਦੇ ਹਾਂ, ਤੁਸੀਂ ਕਿਹੜੇ ਮਰਜ਼ੀ ਸਿਆਸਤਦਾਨ ਨਾਲ ਗੱਲ ਕਰ ਲਓ, ਉਹਨੇ ਪੰਜਾਬ ਨੂੰ ਕੈਨੇਡਾ US ਵਰਗਾ ਬਣਾਉਣਾ ਹੈ, ਉਹਨੇ ਸਿਸਟਮ ਉਹੋ ਜਿਹਾ ਬਣਾਉਣਾ ਹੈ, ਉਹਨੂੰ ਸਾਰੀਆਂ ਚੀਜ਼ਾਂ ਉਧਰ ਦਿਖਦੀਆਂ। ਪਰ ਜਦੋਂ ਆਪਦੇ ਤੇ ਗੱਲ ਆਉਂਦੀ ਹੈ ਤਾਂ ਫਿਰ ਉਹ ਇੱਕ ਬਹੁਤ ਵੱਡਾ ਡਿਫਰੈਂਸ ਹੈ। ਨਹੀਂ, ਇਹ ਤਾਂ ਮੈਨੂੰ ਇਸ ਤਰੀਕੇ ਨਾਲ ਚਾਹੀਦਾ। ਤਾਂ ਤੁਸੀਂ ਠੀਕ ਕਹਿ ਰਹੇ ਸੁਰਿੰਦਰ ਜੀ। ਅਸਲ 'ਚ ਨਾ ਸਾਡਾ ਫਿਊਡਲ ਮਾਈਂਡ ਸੈਟ ਆ, ਜਗੀਰੂ ਮਾਈਂਡ ਸੈਟ ਆ। ਅਸੀਂ ਅਜੇ ਵੀ ਡੈਮੋਕ੍ਰੇਟਿਕ ਕਦਰਾਂ ਕੀਮਤਾਂ ਕਿ ਜਿੱਥੇ ਸਰਕਾਰੀ ਖਜ਼ਾਨੇ ਨੂੰ ਇੱਕ ਸਾਡੀ ਮਤਲਬ ਪਬਲਿਕ ਦੀ ਪ੍ਰਾਪਰਟੀ ਸਮਝਣਾ ਚਾਹੀਦਾ, ਉਸ ਤਰੀਕੇ ਨਾਲ ਅਸੀਂ ਅਜੇ ਨਹੀਂ ਸਮਝਦੇ। ਉਹ ਸਮਝਦੇ ਕਿ ਜਿਹੜਾ ਸਰਕਾਰੀ ਖਜ਼ਾਨਾ ਉਹਦੇ ਜਿਹੜੀ ਰੂਲਿੰਗ ਪਾਰਟੀ ਆ ਉਹਦੀ ਆਪਣੀ ਜੇਬ ਦਾ, ਤੇ ਜਿਹਨੂੰ ਮਰਜ਼ੀ ਦੇ ਦੇ, ਜਿਹਨੂੰ ਮਰਜ਼ੀ ਨਾ ਦੇ ਦੇ। ਇਸ ਕਿਸਮ ਦਾ ਸਾਡਾ ਜਗੀਰੂ ਐਟੀਟਿਊਡ ਹੈਗਾ। ਉਹ ਸਾਰੀਆਂ ਚੀਜ਼ਾਂ ਜੀ ਭਾਰੂ ਹੈ। ਸਿਕਿਉਰਿਟੀ ਲੈਣਾ ਵੀ ਇੱਕ ਜਗੀਰੂ ਪ੍ਰਦਰਸ਼ਨ ਹੈਗਾ ਕਿ ਮੈਂ ਕਿੱਡਾ ਤਕੜਾ, ਮੇਰੇ ਨਾਲ ਕਿੰਨੇ ਬੰਦੇ ਆ, ਮੈਂ ਤੁਹਾਡੇ ਨਾਲੋਂ ਜ਼ਿਆਦਾ ਆਪਣੇ ਆਪ ਨੂੰ ਪਾਵਰਫੁੱਲ, ਸਰਬ ਸ਼ਕਤੀਮਾਨ ਡਿਸਪਲੇ ਕਰ ਸਕਦਾ, ਗੱਡੀਆਂ ਆ ਰਹੀਆਂ ਆ ਜਾ। ਔਰ ਲੋਕ ਇਸ ਗੱਲ ਤੇ, ਲੋਕਾਂ ਦਾ ਵੀ ਮਾਈਂਡ ਪ੍ਰਭਾਵਿਤ ਹੁੰਦੇ ਆ ਕਿ ਇਹਦੇ ਕੋਲ ਤੇ ਇੰਨੀ ਪੁਲਿਸ, ਬੜਾ ਵੱਡਾ ਬੰਦਾ, ਕਿਉਂਕਿ ਇੰਨੀ ਪੁਲਿਸ ਅੱਗੇ ਪਿੱਛੇ ਫਿਰਦੀ। ਇਹ ਸਾਰਾ ਟੁੱਟਣਾ ਚਾਹੀਦਾ, ਇਹਦੇ ਚੋਂ ਬਾਹਰ ਆਉਣਾ ਚਾਹੀਦਾ। ਤੁਸੀਂ ਠੀਕ ਕਹਿ ਰਹੇ ਹੋ। ਦੂਸਰੀ ਗੱਲ, ਮੇਰੀ ਗੱਲ, ਤੁਸੀਂ ਮੈਨੂੰ ਦੱਸੋ ਕਿ ਕਬੀਰ ਜੀ ਕੋਲੋਂ ਕਿਹੜੀ ਸਿਕਿਉਰਿਟੀ ਸੀਗੀ 800 ਸਾਲ ਪਹਿਲਾਂ? ਜਾਂ ਬਾਬੇ ਨਾਨਕ ਕੋਲ ਸਾਰੀ ਦੁਨੀਆ 'ਚ ਪੈਦਲ ਜਾ ਕੇ ਆਏ ਤੇ ਸਾਰਿਆਂ ਨਾਲ ਪੰਗੇ ਲੈ, ਕਿਸੇ ਨੂੰ ਤੇ ਨਹੀਂ ਪਖੰਡੀ ਨੂੰ ਛੱਡਿਆ, ਪਰ ਉਹ ਨਾਲ ਹੀ ਗਏ ਆ। 2 ਬੰਦੇ ਸੀਗੇ ਬਸ, ਉਹ ਜਿੱਥੇ ਗਏ ਤੇ ਗਏ ਆ। ਕੋਈ ਕਿਹੜੀ ਸਿਕਿਉਰਿਟੀ ਸੀ? ਪੈਦਲ ਹੀ ਜਾਂਦੇ ਸੀ, ਕੋਈ ਗੱਡੀਆਂ ਨਹੀਂ ਸੀ, ਕੋਈ ਜੈਕਟ ਨਹੀਂ ਸੀ, ਕੋਈ ਉਹੋ ਜਿਹੀ ਨਹੀਂ ਸੀ। ਮੈਨੂੰ ਲੱਗਦਾ ਸਾਡੇ ਪੋਲੀਟੀਸ਼ੀਅਨ ਜੇ 2 ਨੰਬਰੀ ਕੰਮ ਕਰਨੇ ਬੰਦ ਕਰ ਦੇਣ, ਸੱਚ ਬੋਲਣਾ ਸ਼ੁਰੂ ਕਰ ਦੇਣ ਤੇ ਲੋਕ ਸੇਵਾ ਕਰ ਦੇਣ, ਤੇ ਲੋਕ ਹੀ ਸਿਕਿਉਰਿਟੀ ਆ ਉਹਨਾਂ ਦੀ। ਕੋਈ ਉਹਨਾਂ ਦੀ ਮੁੱਛ ਦੇ ਵਾਲ ਵਾਲੇ ਦੇਦਾ, ਕੋਈ ਕਿਸੇ ਪਾਪੂਲਰ ਲੀਡਰ ਨੂੰ ਕੋਈ ਹੱਥ ਲਾ ਦੇ, ਉਹਨਾਂ ਦੀ ਪਾਰਟੀ ਨੂੰ ਲੋਕ ਆਉਣ ਵਾਲੇ 20 ਸਾਲਾਂ ਤੱਕ ਜਿਤਾਉਂਦੇ ਰਹਿਣਗੇ। ਪਰ ਜੇ ਅਸੀਂ ਅੱਜ, ਮੈਨੂੰ ਸਾਨੂੰ ਸਵਾਲ ਬਾਰ-ਬਾਰ ਕਰ ਰਹੇ ਆ, ਉਹ ਬਾਬਾ ਜੀ ਵੱਡੇ ਬਾਬਾ ਬੋਰਡ ਰਾਜਨੀਤੀ ਦੇ ਪ੍ਰਕਾਸ਼ ਸਿੰਘ ਬਾਦਲ ਸਾਡੇ ਤੋਂ ਚਲੇ ਗਏ, ਜਾਣਾ ਸੀ, ਉਮਰ ਵੀ ਸੀਗੀ, ਪਰ ਹੁਣ ਇਹਦਾ ਅਸਰ ਕੀ ਹੋਊਗਾ ਜੀ? ਹੁਣ ਜੇ ਤੇ ਜਿੰਨੇ ਚੰਗੇ ਕੰਮ ਕੀਤੇ ਉਹਨਾਂ ਚੰਗਾ ਅਸਰ ਹੋਊਗਾ, ਜਿਹੜੇ ਨਹੀਂ ਕੀਤੇ ਉਹਦਾ ਮਾੜਾ ਅਸਰ ਵੀ ਰਹੂਗਾ। ਇਸ ਲਈ ਇਸ ਤਰੀਕੇ ਨਾਲ ਸਾਨੂੰ ਲੈਣਾ ਚਾਹੀਦਾ, ਸਾਡੇ ਪੋਲੀਟਿਕਸ ਵਾਲਿਆਂ ਨੂੰ ਇਹ ਲੈਣਾ ਚਾਹੀਦਾ ਕਿ ਤੁਹਾਨੂੰ ਲੋਕ ਸੇਵਾ ਲਈ ਲੋਕ ਅੱਗੇ ਲੈ ਕੇ ਆਉਂਦੇ ਆ, ਨਾ ਕਿ ਆਪਣੀਆਂ ਮੌਜਾਂ ਕਰਨ ਲਈ। ਜੇ ਤੁਸੀਂ ਲੋਕ ਸੇਵਾ ਕਰੋਗੇ ਤੇ ਲੋਕਾਂ ਦਾ ਸਮੁੰਦਰ, ਲੋਕਾਂ ਦੀਆਂ ਤੁਹਾਡੇ ਨਾਲ ਜਿਹੜੀ ਸਿੰਪਥੀ ਹੈ, ਲੋਕਾਂ ਦੀ ਤੁਹਾਡੇ ਨਾਲ ਜਿਹੜੀ ਸਪੋਰਟ ਹੈਗੀ ਹੈ, ਉਹ ਹੀ ਤੁਹਾਡੀ ਸਿਕਿਉਰਿਟੀ ਆ। ਨਾ ਕਿ ਜਿਹੜੇ ਵਰਦੀ ਪਾ ਕੇ ਸਰਕਾਰੀ ਬੰਦੇ ਆ ਉਹ ਤੁਹਾਨੂੰ ਸਿਕਿਉਰ ਕਰਨਗੇ। ਉਹ ਕਦੀ ਵੀ ਹੋਣਾ ਨਹੀਂ। ਤੁਹਾਡੀ ਇੱਕ ਆਪਣੀ ਹਉਮੈ ਹੈ, ਤੁਹਾਡੀ ਆਪਣੀ ਈਗੋ ਜਿਹੜੀ ਹੈ, ਉਹ ਜ਼ਰੂਰ ਉਹਦੇ ਨਾਲ ਸੰਤੁਸ਼ਟ ਹੋ ਸਕਦੀ ਹੈ। ਹਾਂਜੀ, ਬਿਲਕੁਲ ਪ੍ਰੋਫੈਸਰ ਸਾਹਿਬ, ਕਿਉਂਕਿ ਸਿਕਿਉਰਿਟੀ ਨਾ ਸ਼ਾਇਦ ਪੰਜਾਬੀ ਆਪਾਂ ਕਹਿ ਦਈਏ ਭਾਰਤ, ਸਾਰੇ ਭਾਰਤੀਆਂ ਦੇ ਵਿੱਚ ਇੱਕ ਬੜਾ ਅਜੀਬ ਜਿਹਾ ਮੁੱਦਾ ਹੈ। ਉਹਨੂੰ ਹੁੰਦਾ ਕਿ ਮੇਰੇ ਨਾਲ ਸਿਕਿਉਰਿਟੀ ਜਿਹੜਾ ਨਹੀਂ, ਜਿਹਨੂੰ ਸਰਕਾਰੀ ਨਹੀਂ ਮਿਲਦੀ, ਉਹ ਵਾਕਈ ਤੁਹਾਡੀ ਗੱਲ ਵੀ ਸਹੀ ਹੈ ਕਿ ਉਹ ਪ੍ਰਾਈਵੇਟ ਬੰਦੇ ਰੱਖ ਲੈਂਦਾ, ਪ੍ਰਾਈਵੇਟ ਬਾਉਂਸਰ ਰੱਖੇ ਹੋਣਗੇ ਉਹਨੇ। 4 ਅੱਗੇ ਹੋਣੇ ਚਾਹੀਦੇ, 4 ਪਿੱਛੇ ਹੋਣੇ ਚਾਹੀਦੇ। ਮੈਂ ਬਿਲਡਰ ਹਾਂ ਤਾਂ ਮਤਲਬ ਮੈਨੂੰ ਦਿਖਣਾ ਚਾਹੀਦਾ। ਉਹ ਜੇ ਮਾਲ 'ਚ ਗਿਆ ਤਾਂ ਉਹ 4 ਜਣੇ ਹੋਣਗੇ, ਉਹਨਾਂ ਨੂੰ ਵਰਦੀਆਂ ਪਾਈਆਂ ਜਾਣਗੀਆਂ ਵੀ ਹਾਂ ਮੈਨੂੰ, ਮੈਂ ਹਟ ਕੇ ਦਿਖਾਂ। ਤੇ ਕਈ ਤਾਂ ਇਹੋ ਜਿਹੇ ਨੇ ਜਿਹੜੇ ਕਿ ਆਪਦੇ ਤੇ ਗੋਲੀਆਂ ਚਲਾ ਲੈਂਦੇ ਨੇ। ਲੁਧਿਆਣੇ ਦੀ ਤੁਹਾਨੂੰ ਬੜੇ ਇਹੋ ਜਿਹੇ ਨੇਤਾ ਜਿਨ੍ਹਾਂ ਨੇ ਆਪਦੇ ਤੇ ਗੋਲੀਆਂ ਚਲਾ ਲਈਆਂ ਕਿ ਹਾਂ ਬਾਅਦ ਦੇ ਵਿੱਚ ਕੀ ਮੈਨੂੰ ਸਿਕਿਉਰਿਟੀ ਚਾਹੀਦੀ ਹੈ। ਜੀ ਸੁਰਿੰਦਰ ਜੀ, ਇਹ ਸਾਨੂੰ ਸਾਰੇ ਇਹ ਤੌਰ ਤਰੀਕੇ ਜਿਹੜੇ ਆ ਇਹਦੇ 'ਚ ਵੱਡਾ ਫੇਰ ਬਦਲ ਕਰਨਾ ਪਊਗਾ। ਨਹੀਂ ਤੇ ਜਿਸ ਤਰੀਕੇ ਨਾਲ ਅਸੀਂ ਹੁਣ ਚੱਲ ਰਹੇ ਹਾਂ, ਇਹ ਬਹੁਤੀ ਦੂਰ ਸਾਨੂੰ ਲਿਜਾਣ ਵਾਲਾ ਨਹੀਂ ਹੈ। ਇਹ ਤਾਂ ਹੈ ਕਿ ਜਿਹੜੀ ਮੈਂ ਸੈਂਟਰਿਕ ਆ, ਹਉਮੈ ਸੈਂਟਰਿਕ ਰਾਜਨੀਤੀ ਹੈ, ਉਸ ਨੂੰ ਖਤਮ ਕਰਕੇ
ਅਸੀਂ ਅਸ ਇੱਧਰ ਨੂੰ ਚੱਲਣਾ ਪਊਗਾ ਔਰ ਪਾਰਟੀਆਂ ਨੂੰ ਵੀ ਲਗਾਮ ਪਾਉਣੀ ਪਊਗੀ ਆਪਣੇ ਲੀਡਰਾਂ ਤੇ, ਕਿਸੇ ਡਿਸਪਲਿਨ 'ਚ ਰੱਖਣਾ ਪਊਗਾ। ਲੇਕਿਨ ਹੁੰਦਾ ਕੀ ਆ ਕਿ ਸਾਡਾ ਜੋ ਜਿਸ ਤਰ੍ਹਾਂ ਬਣਿਆ, ਕਾਹਦੀਆਂ ਪਾਰਟੀਆਂ ਰਹੀਆਂ, ਪਾਰਟੀਆਂ ਦੇ ਅੰਦਰ ਕੋਈ ਕਿਸੇ ਦੀ ਪੁੱਛਗਿੱਛ ਨਹੀਂ ਹੈਗੀ। ਜੋ ਜਿਹਨੂੰ ਲੀਡਰ ਤੁਸੀਂ ਚੱਕ ਕੇ ਤਾਂ ਸੁਪਰਮੈਨ ਬਣਾਤਾ, ਉਹੀ ਚੱਕੀ ਫਿਰਦਾ, ਫਿਰ ਉਹਦੀਆਂ ਹੀ ਤੁਸੀਂ ਉਹਦੇ ਅੱਗੇ ਗਿੜਗੜਾਉਂਦੇ ਆ, ਉਹਦੇ ਅੱਗੇ ਹੀ ਪੂਛ ਘਮਾਉਂਦੇ ਆ, ਜੋ ਮਿਲ ਗਿਆ ਮਿਲ ਗਿਆ, ਜਿਹੜਾ ਟੁਕੜਾ ਪੈ ਗਿਆ ਪੈ ਗਿਆ। ਇਸ ਕਿਸਮ ਦਾ ਇਹ ਪੋਲੀਟਿਕਸ ਜਿਹੜੀ ਹੈ, ਇਹ ਡੈਮੋਕ੍ਰੈਟਿਕ ਪੋਲੀਟਿਕਸ ਨਹੀਂ ਹੈ। ਡੈਮੋਕ੍ਰੇਸੀ ਦਾ ਮਤਲਬ ਸਾਰਿਆਂ ਨੇ ਸਾਂਝੇ ਸੋਚ ਕੇ ਚੱਲਣਾ, ਇੱਕ ਰਾਏ ਬਣਾ ਕੇ ਚੱਲਣਾ, ਔਰ ਪਾਰਟੀਆਂ ਦੇ ਅੰਦਰ ਸਾਰੇ ਕੇਡਰ ਆਖਰੀ ਬੰਦੇ ਤੱਕ ਉਹਦੀ ਸੁਣਵਾਈ ਹੋਣੀ। ਕਿੱਥੇ ਤੁਹਾਨੂੰ ਪਾਰਟੀਆਂ 'ਚ ਦਿਖਦਾ? ਕੋਈ ਕਰਦਾ ਆਪਣੀਆਂ ਕਾਨਫਰੰਸਾਂ ਕਰਦਾ, ਕੋਈ ਚੋਣਾਂ ਹੁੰਦੀਆਂ ਪਾਰਟੀਆਂ ਦੀਆਂ? ਮੈਨੂੰ ਤਾਂ ਕਦੀ ਕੋਈ ਨਹੀਂ ਦਿਖਦਾ ਹੈਗਾ। ਇਸ ਲਈ ਇਹ ਜਿਹੜੇ ਨੁਕਸ ਆ ਉਹ ਏਡੇ ਵੱਡੇ ਪੈ ਚੁੱਕੇ ਸਾਡੀ ਰਾਜਨੀਤੀ ਦੇ ਵਿੱਚ। ਇਹ ਤੇ ਮੈਂ ਜੇ ਆਨੈਸਟ ਕਮੈਂਟ ਦਿਆਂ ਤੇ ਇੱਕ ਆਰਗੇਨਾਈਜ਼ਡ ਗੈਂਗਸਟਰ ਨੁਮਾ ਸਾਡੀ ਰਾਜਨੀਤੀ ਹੋ ਚੁੱਕੀ ਹੈ। ਤੇ ਗੈਂਗਸਟਰ ਜਿਹੜੇ ਹੁੰਦੇ ਆ, ਜੇ ਉਹਨਾਂ ਕੋਲ ਆਪਣੀ ਸਿਕਿਉਰਿਟੀ ਨਹੀਂ ਹੈ, ਤੁਸੀਂ ਇਹ ਦੇਖ ਲਓ, ਕੋਈ ਵੀ ਪੋਲੀਟੀਸ਼ੀਅਨ ਹੈ, ਤੁਸੀਂ ਠੀਕ ਕਿਹਾ ਹੈ ਕਿ ਜੇ ਉਹਦੇ ਨਾਲ 2-4 ਗੱਡੀਆਂ ਵਾਧੂ ਵਿਲੜਾਂ ਦੀਆਂ ਨਹੀਂ ਤੁਰੀਆਂ ਫਿਰਦੀਆਂ, ਕੱਲਾ ਲੀਡਰ ਕਦੀ ਜਾਂਦਾ ਤੁਸੀਂ ਦੇਖਿਆ? ਵੱਡਾ ਲੀਡਰ ਜਿਹੜਾ ਕੱਲਾ, ਮੈਨੂੰ ਬੜੀ ਕਈ ਵਾਰੀ ਸ਼ਰਮ ਆਉਂਦੀ ਆ, ਮੈਂ ਲੀਡਰ ਤੇ ਨਹੀਂ ਹੈ, ਸਾਰੇ ਬੰਦੇ 2-3 ਗੱਡੀਆਂ ਲੈਣਗੇ, 8-10 ਪਿੱਛੇ ਲਾਕੜੀ ਹੋਣਗੇ, ਉਹ ਵਿਹਲੜ ਹੁੰਦੇ ਆ, ਉਹਨਾਂ ਨੇ ਕੁਛ ਨਹੀਂ, ਉਹਦੇ ਤੋਂ ਹੀ ਉਹਨੇ ਪੈਟਰੋਲ ਪਵਾਉਣਾ, ਲੀਡਰ ਤੋਂ ਹੀ ਪੈਟਰੋਲ ਪਵਾਉਣਾ, ਲੀਡਰ ਤੋਂ ਹੀ ਰੋਟੀਆਂ ਪਾਣੀਆਂ ਖਾਣੀਆਂ, ਸ਼ਾਮ ਨੂੰ ਦਾਰੂ ਸਿੱਕਾ ਵੀ ਉਹਦੇ ਤੋਂ ਹੀ ਲੈਣਾ। ਇਹਦਾ ਮਤਲਬ ਕਿਤੇ ਉਹ 2 ਨੰਬਰੀ ਕੰਮ ਕਰਕੇ ਕਿਤੇ ਇੰਨਾ ਪੈਸਾ ਇਕੱਠਾ ਕਰਦਾ, ਤੇ ਨਾਲੇ ਇੰਨੇ ਚੌਧਰੀ ਰੱਖੇ ਹੋਏ ਆ। 2-3 ਬੰਦੇ ਆਪਣੀ ਗੱਡੀ 'ਚ ਵੀ ਬਿਠਾਉਣੇ ਆ ਉਹਨੇ, ਜਿਹੜੇ ਤਕੜੇ ਜੇ ਹੋਣ, ਉਹਨਾਂ ਕੋਲ ਸ਼ਾਇਦ 1-2 ਨੂੰ ਲਾਇਸੈਂਸੀ ਕੋਈ ਬੰਦੂਕ ਵੀ ਹੋਏ, ਜਿਨ੍ਹਾਂ ਦੀ ਸਿਕਿਉਰਿਟੀ ਨਹੀਂ। ਮੈਂ ਕੋਈ ਲੀਡਰ ਤੁਸੀਂ ਕੱਲਾ ਚੱਲਦਾ ਦੇਖਿਆ ਕਿ ਕੱਲਾ ਡਰਾਈਵਰ ਹੋਵੇ ਤੇ ਨਾਲ ਇੱਕ ਲੀਡਰ ਹੋਵੇ ਤੇ ਗੱਡੀ ਚੋਂ ਨਿਕਲ ਕੇ ਆ ਜਾਏ? ਮੈਂ ਤੇ ਨਹੀਂ ਦੇਖਦਾ ਕਿਤੇ। ਇਹ ਕਿੱਥੋਂ ਕਲਚਰ ਪੈਦਾ ਹੁੰਦਾ? ਫਿਊਡਲ ਹੈ, ਜਗੀਰੂ ਹੈ। ਇਸ ਲਈ ਸਾਡੀ ਜਿਹੜੀ ਧਰਾਤਲ ਆ, ਅਸੀਂ ਵੋਟਾਂ ਪਾਉਣ ਵਾਲੀ ਰਾਜਨੀਤੀ ਡੈਮੋਕ੍ਰੇਸੀ ਹੈਗੇ ਆ। ਸਾਡਾ ਕਰੈਕਟਰ, ਸਾਡਾ ਸੋਚ, ਸਾਡੀ ਜਿਹੜੀ ਅਸਲੀ ਤਸਵੀਰ ਆ ਡੈਮੋਕ੍ਰੇਸੀ ਦੀ, ਉਹਦੇ ਤੋਂ ਤੇ ਅਸੀਂ ਪਹਿਲਾਂ ਹੀ ਦੂਰ ਸੀ, ਤੇ ਹੁਣ ਦਿਨ ਬਦਿਨ ਜਿਸ ਕਿਸਮ ਦੇ ਹਾਲਾਤ ਬਣਦੇ ਜਾ ਰਹੇ, ਹੋਰ ਦੂਰ ਹਟਦੇ ਜਾ ਰਹੇ ਆ। ਇਹ ਹਾਲੋ ਕਲੇਮ ਆ, ਫੋਕੇ ਦਮਗਜੇ ਹੈਗੇ ਆ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਸਾਡਾ ਜਿਹੜਾ ਕਾਰਗੁਜ਼ਾਰੀ ਹੈ, ਜਿਹੜਾ ਰੀਅਲ ਸਾਡਾ ਵਿਚਰਨ ਦਾ ਤਰੀਕਾ, ਉਹ ਬਿਲਕੁਲ ਨਾ ਤੇ ਸਾਡਾ ਮਾਈਂਡ ਡੈਮੋਕ੍ਰੇਟਿਕ ਆ, ਨਾ ਸਾਡੀ ਕਾਰਗੁਜ਼ਾਰੀ ਡੈਮੋਕ੍ਰੇਟਿਕ ਹੈ। ਬਿਲਕੁਲ, ਕਿਉਂਕਿ ਮੈਨੂੰ ਉਹ ਤਸਵੀਰਾਂ ਯਾਦ ਆ ਜਾਂਦੀਆਂ ਕਿ ਕਾਸ਼ ਜੇ ਹੁਣ ਤੁਹਾਡੀ ਥਾਂ ਜੇ ਨਵਜੋਤ ਸਿੰਘ ਸਿੱਧੂ ਵੀ ਹੁੰਦੇ, ਸਵਾਲ ਵੀ ਇਹੀ ਪੁੱਛਣੇ ਸੀ ਮੈਂ ਕਿ ਚਰਨਜੀਤ ਸਿੰਘ ਚੰਨੀ ਇੱਕ ਪਾਸੇ, ਤੁਹਾਨੂੰ ਯਾਦ ਹੋਣਾ ਉਹ ਤਸਵੀਰ ਕਿਵੇਂ ਦਿਖਾਉਂਦੇ ਨੇ ਕਿ ਦੇਖੋ ਜੀ, ਮੈਂ ਤਾਂ ਫਲਾਈਟ ਤੇ ਆਇਆ, ਮੈਂ ਦਿੱਲੀ ਜਾਣਾ ਸੀ ਤੇ ਮੈਂ ਤਾਂ ਆਮ ਫਲਾਈਟ ਤੇ ਸਫ਼ਰ ਕਰ ਰਿਹਾ, ਕਿ ਇੱਕ ਪਾਸੇ ਇਹ ਦਿਖਾਣਾ ਕਿ ਮੈਂ ਕਿੰਨਾ ਸਿੰਪਲ ਨੇਤਾ, ਵੀ ਮੈਂ ਲੋਕਾਂ 'ਚ ਵਿਚਰਦਾ, ਕਿ ਮੈਂ ਲੋਕਾਂ ਦਾ, ਤੇ ਤੁਸੀਂ ਇਹ ਦਿਖਾਣ 'ਚ ਹੀ ਤੁਹਾਡੀ ਸਿਆਸਤ ਨਿਕਲ ਜਾਂਦੀ ਹੈ ਕਿ ਮੈਂ ਲੋਕਾਂ ਵਾਸਤੇ ਬਣਿਆ, ਕਿ ਮੈਂ ਤੁਹਾਡੇ ਵਰਗਾ ਹੀ ਹਾਂ। ਉਹਦੇ ਵਾਸਤੇ ਜ਼ੋਰ ਲੱਗ ਜਾਂਦਾ, ਉਹਦੇ ਵਾਸਤੇ ਇੱਕ ਸੋਸ਼ਲ ਮੀਡੀਆ ਟੀਮ ਰੱਖੀ ਜਾਂਦੀ ਹੈ, ਵਾਰ ਰੂਮ ਨਾਮ ਦੇ ਦਿੱਤਾ ਜਾਂਦਾ ਹੈ ਕਿ ਸਾਰੇ ਨੇਤਾ ਸਿੰਪਲ ਦਿਖਾਏ ਜਾਣ, ਕਿਸ ਤਰੀਕੇ ਨਾਲ ਕਿਵੇਂ ਤੁਸੀਂ ਡਰੈਸ ਕਰਨੀ ਹੈ। ਦੂਜੇ ਪਾਸੇ ਜਦੋਂ ਇਹੋ ਜਿਹੀਆਂ ਚੀਜ਼ਾਂ, ਤਾਂ ਮਨ ਦੁਖਦਾ ਜ਼ਰੂਰ ਹੈ। ਇਹ ਲੱਗਦਾ ਹੈ ਕਿ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਇੱਕ ਥਾਂ ਤੇ ਇੱਕ ਬੰਦਾ ਅਗਰ ਉਹਦੇ ਕੋਲ 25-30 ਜੇ ਉਹਨੂੰ ਗਾਰਡ ਕਰਕੇ ਸਿਕਿਉਰਿਟੀ 'ਚ ਰੱਖੇ ਨੇ, ਤੇ ਮੈਨੂੰ ਇਹ ਲੱਗੇਗਾ ਕਿ ਵਾਕਈ ਮੈਂ ਇਹੋ ਜਿਹੇ ਸੂਬੇ 'ਚ ਰਹਿ ਰਿਹਾ ਜਿੱਥੇ ਮਾਹੌਲ ਇੰਨਾ ਕੁ ਸ਼ਾਂਤ ਹੈ ਕਿ ਐਡਾ ਵੱਡਾ ਖਤਰਾ ਹੈਗਾ। ਪੰਜਾਬ ਤੋਂ ਬਾਹਰ ਮੰਨ ਸਕਦਾ, ਚਲੋ ਜੰਮੂ ਕਸ਼ਮੀਰ ਜਾ ਰਹੇ ਹੋ ਤੁਸੀਂ, ਸ਼੍ਰੀਨਗਰ ਜਾ ਰਹੇ ਹੋ, ਮੈਨੂੰ ਸਮਝ ਆਉਂਦੀ ਹੈ, ਕੋਈ ਬਿਲਕੁਲ ਸਹੀ ਗੱਲ ਹੈ, ਉੱਥੋਂ ਦਾ ਮਾਹੌਲ। ਪਰ ਇੱਥੇ ਤਾਂ ਸਾਰੇ ਸਾਂਝ ਬੈਠੀ ਹੈ ਕਿ ਜਿਹੜੇ 15 ਬੰਦੇ, ਉਹ ਵੀ ਹਾਈਟੈਕ ਬੰਦੇ ਨੇ, ਉਹਨਾਂ ਕੋਲ ਵੀ ਉਹ ਪਿਸਤੌਲਾਂ ਨੇ, ਉਹੀ ਬੰਦੂਕਾਂ, ਉਹੀ AK-47 ਹੈ। ਤੁਸੀਂ 10 ਬੰਦੇ ਵਧਾ ਲੋਗੇ ਤਾਂ ਫਰਕ ਕੋਈ ਵੀ ਨਹੀਂ ਪੈਣਾ। ਪਰ ਇਹ ਜ਼ਰੂਰ ਹੈ ਕਿ ਉਹ 10 ਬੰਦਿਆਂ ਦਾ ਬੋਝ ਹੈ ਜਿਹੜਾ, ਉਹ ਪੰਜਾਬ ਸਰਕਾਰ ਤੇ ਜ਼ਰੂਰ ਪਊਗਾ। ਪੰਜਾਬ ਸਰਕਾਰ ਤੇ ਨਹੀਂ, ਸਾਡੇ ਤੇ ਪਊਗਾ। ਤਾਂ ਜਦੋਂ ਅਸੀਂ ਫਿਰ ਆਪਣੇ ਆਪ ਨੂੰ ਉਹ ਦੇਖਦੇ ਆ ਨਾ ਕਿ ਉਹ ਕਿੱਥੇ ਖੜਾ ਤੇ ਅਸੀਂ ਇੱਥੇ ਖੜੇ ਆ, ਇਹ ਵੀ ਇਹਦਾ ਮਤਲਬ ਸਿਆਸਤ ਇਹੀ ਹੈ ਜੀ। ਨਹੀਂ, ਬਿਲਕੁਲ ਸੁਰਿੰਦਰ ਜੀ, ਇਹ ਨਾ ਤਬਦੀਲੀਆਂ 2 ਪੱਧਰ ਤੇ ਕਰਨ ਵਾਲੀਆਂ। ਇੱਕ ਤੇ ਸਾਡਾ ਸਿਸਟਮ ਨੂੰ ਬਦਲਣ ਦੀ ਲੋੜ ਹੈ। ਜਿਸ ਢੰਗ ਨਾਲ ਅਸੀਂ ਚੋਣਾਂ ਕਰਾਉਂਦੇ ਆ, ਇਹ ਬਿਲਕੁਲ ਓਵਰਆਲ ਹੋਣਾ ਚਾਹੀਦਾ। ਇਕੁਅਲ ਅਪਰਚੁਨਿਟੀ ਸਾਰਿਆਂ ਨੂੰ ਹੋਣੀ ਚਾਹੀਦੀ ਆ। ਪੈਸੇ ਵਾਲਿਆਂ ਦਾ, ਜਿਨ੍ਹਾਂ ਦਾ ਦਬਦਬਾ ਬੋਲਬਾਲਾ ਆ, ਜਿਹੜੇ ਹਰ ਵਾਰੀ ਖੇਲ ਨੂੰ ਲੁੱਟ ਕੇ ਲੈ ਜਾਂਦੇ ਆ, ਔਰ ਆਮ ਬੰਦਾ, ਜਿਹੜੇ ਚੰਗੇ ਬੰਦੇ ਆ, ਉਹ ਚੋਣਾਂ 'ਚ ਖੜ ਵੀ ਨਹੀਂ ਸਕਦੇ। ਇਹ ਸਾਰਾ ਬੰਦ ਹੋ ਕੇ ਰਾਈਟ ਟੂ ਰਿਕਾਲ, ਜਿਹੜੇ ਚੰਗੇ ਕੰਮ ਨਹੀਂ ਕਰਦੇ ਉਹਨੂੰ 6 ਮਹੀਨਿਆਂ 'ਚ ਕੰਡਮ ਕਰਕੇ ਘਰੇ ਬਿਠਾਇਆ ਜਾਏ। ਇਹੋ ਜਿਹੇ ਮੇਜਰ ਵੱਡੇ, ਇੱਕ ਤੇ ਚੋਣ ਸੁਧਾਰ ਕਰਨ ਦੀ
ਲੋੜ ਹੈਗੀ ਆ। ਇਸੇ ਤਰੀਕੇ ਨਾਲ ਸਾਡੀ ਜਿਹੜੀ ਹੈ ਨਾ ਚੋਣਾਂ ਤੋਂ ਬਾਅਦ ਜਿਹੜੀ ਸਰਕਾਰ ਆ ਜਾਂਦੀ ਹੈ ਉਹ ਗਲਬਾ ਪਾਉਂਦੀ ਆ ਹਰ ਇੰਸਟੀਟਿਊਸ਼ਨ ਤੇ। ਉਹ ਪੁਲਿਸ ਨੂੰ ਆਪਣੀ ਜੇਬ 'ਚ ਪਾਉਂਦੀ ਆ, ਬਿਊਰੋਕ੍ਰੇਸੀ ਤੇ ਨਹੀਂ ਉਹਨਾਂ ਦੀ ਜੇਬ 'ਚ ਪੈਂਦੀ, ਕਿਉਂਕਿ ਉਹਨਾਂ ਕੋਲ ਕਾਨੂੰਨ ਹੁੰਦਾ। ਉਹ ਕਾਫੀ ਸਗੋਂ ਉਲਟਾ ਇਹਨਾਂ ਨੂੰ ਘੁਮਾ ਦਿੰਦੇ ਆ। ਪਰ ਉੱਥੇ ਵੀ ਪ੍ਰਮੋਸ਼ਨਾਂ ਲਈ ਹੋਰ ਜਾ ਕੇ ਕਾਫੀ ਪੂਛਾਂ ਰਾਜਨੀਤਿਕ ਲੋਕਾਂ ਦੇ ਸਾਹਮਣੇ ਹਿਲਾਉਂਦੇ ਆ। ਤੇ ਜਦੋਂ ਕਾਨੂੰਨ ਦੀ ਜਗ੍ਹਾ ਡਿਸਕ੍ਰਿਸ਼ਨਰੀ ਪਾਵਰ ਚੱਲਦੀ ਹੈ ਕਿ ਚੀਫ ਮਿਨਿਸਟਰ ਆਪਣੇ ਆਪ ਨੂੰ ਸੂਬੇਦਾਰ ਰਾਜਾ ਸਮਝਣ ਲੱਗ ਜਾਂਦਾ, ਕਿਉਂਕਿ ਉਹਨੂੰ ਸ਼ਕਤੀਆਂ ਹੀ ਇੰਨੀਆਂ, ਉਹਨੇ ਕੈਬਨਿਟ ਆਪ ਬਣਾਉਣੀ ਹੈ, ਉਹਨੇ ਸਾਰਾ ਕੁਝ। ਤੇ ਹਰ ਕੋਈ ਕੈਬਨਿਟ ਦੇ ਵਿੱਚ ਜਾਣਾ ਚਾਹੁੰਦਾ ਤੇ ਪੂਛ ਤੇ ਹਿਲਾਊਗਾ ਤਾਂ ਹੀ ਆ, ਲਾਇਲ ਹੋਊਗਾ, ਲਾਇਲਟੀ ਦਾ ਸਰਟੀਫਿਕੇਟ ਦਊਗਾ ਕਿ ਮੈਂ ਜੀ ਤੁਹਾਡੀ 10 ਵਾਰੀ ਆਪਣੇ ਭਾਸ਼ਣ ਦੇ ਵਿੱਚ ਨਾਂ ਜ਼ਰੂਰ ਲਊਂਗਾ ਜੀ, ਭਗਵੰਤ ਮਾਨ ਨੇ ਇੰਜ ਕੀਤਾ ਜਾਂ ਹੋਰ ਸੁਖਬੀਰ ਬਾਦਲ ਨੇ ਇੰਜ ਕੀਤਾ। ਇਸ ਕਿਸਮ ਦਾ ਇਹੋ ਹੋ ਗਿਆ ਨਾ, ਇਹ ਟੁੱਟਣਾ ਚਾਹੀਦਾ। ਜੇ ਇਹ ਨਹੀਂ ਟੁੱਟੂਗਾ, ਸਾਡੇ ਇਹ ਸੁਧਾਰ ਨਹੀਂ ਹੋਣਗੇ, ਸਾਡੇ ਪੁਲਿਸ ਰਿਫਾਰਮ ਨਹੀਂ ਹੋਣਗੇ, ਸਾਰੇ ਨਹੀਂ ਹੋਣਗੇ, ਸਾਡੇ ਡੈਮੋਕ੍ਰੇਸੀ ਚੱਲ ਨਹੀਂ ਸਕਦੀ ਹੈਗੀ। ਅਸੀਂ ਨਾਂ ਦੇ ਡੈਮੋਕ੍ਰੇਟਿਕ ਹੈਗੇ ਆ, ਧਰਾਤਲ ਦੇ ਉੱਤੇ ਬਿਲਕੁਲ ਰਾਜਿਆਂ ਮਹਾਰਾਜਿਆਂ ਵਾਂਗੂ ਵਿਚਰਦੇ ਆ। ਉਹ ਜਿਹੜਾ ਸਾਡੀ ਲੋਕਾਂ ਨੂੰ ਵੀ ਤੇ ਲੋਕ ਸ਼ਕਤੀ ਨੂੰ ਕਦੀ ਵੀ ਅਸੀਂ ਇਸਤੇਮਾਲ ਇਸੇ ਕਰਕੇ ਨਹੀਂ ਕਰ ਸਕਦੇ ਕਿ ਲੋਕ ਤੇ ਬਾਹਰ ਕੀਤੇ ਪਏ ਆ। ਇਹ ਤੇ ਇੱਕ ਸਾਡੀ ਇੱਕ ਲੇਅਰ ਪੈਦਾ ਹੋ ਗਈ ਹੈ। ਜਿਹੜੇ ਰਾਜਨੀਤਿਕ ਲੋਕ ਆ ਉਹ ਸਾਰੀ ਇੱਕ ਜਮਾਤ ਪੈਦਾ ਹੋ ਗਈ ਆ, ਜਿਨ੍ਹਾਂ ਦਾ ਸਭ ਦਾ ਇੱਕੋ ਜਿਹਾ ਕਰੈਕਟਰ ਹੈ। ਤੁਸੀਂ ਇਹਦੇ ਨਾਲੋਂ ਆਮ ਆਦਮੀ ਪਾਰਟੀ ਕੀ ਹੋਊਗਾ? 45 ਕਰੋੜ ਦੀ ਗੱਲ ਸੁਣ ਲਈ ਹੈ ਕੇਜਰੀਵਾਲ ਦੀ। ਜਿਹਨੇ ਆਪਣੀ ਗੱਡੀ 'ਚ ਜਾਣਾ ਸੀ, ਲਾਲ ਬੱਤੀ ਨਹੀਂ ਸੀ ਲੈਣੀ, ਤੇ ਉਹਦਾ ਜਿਹੜਾ ਸੰਗਮਰਮਰ ਆ ਸੁਣਿਆ ਵੀਤਨਾਮ ਤੋਂ ਆਇਆ ਕਿ ਇੱਥੇ ਦਾ ਉਹਨੂੰ ਇੰਡੀਆ ਦਾ ਸੰਗਮਰਮਰ ਨਹੀਂ। ਉਂਝ ਅਸੀਂ ਪੱਕੇ ਕੱਟੜ ਦੇਸ਼ ਭਗਤ ਆ ਤੇ ਕੱਟੜੀ ਅਸੀਂ ਇਮਾਨਦਾਰ ਹੈਗੇ। ਬਿਲਕੁਲ। ਉਹ ਇੱਕ ਮਫਲਰ ਵਾਲਾ ਤੁਹਾਨੂੰ ਯਾਦ ਹੋਣਾ, ਉਹ ਮਫਲਰ ਤੇ ਉਹ ਵੈਗਨਾਰ ਵੀ ਯਾਦ ਹੋਣੀ ਹੈ, ਤੇ ਉਹ ਘਰ ਵੀ ਬਲੂ ਕਲਰ ਦੀ, ਲਾਈਟ ਬਲੂ ਕਲਰ ਦੀ। ਹੁਣ ਸਵਾਲ ਹੋਈ ਹੈ ਕਿ ਪ੍ਰੋਫੈਸਰ ਸਾਹਿਬ ਕਿਵੇਂ ਨਵਜੋਤ ਸਿੰਘ ਸਿੱਧੂ ਉਸ ਸੰਗਮਰਮਰ ਦੀ ਗੱਲ ਕਰ ਲੈਣਗੇ? ਕਿਵੇਂ ਨਵਜੋਤ ਸਿੰਘ ਸਿੱਧੂ ਉਹ ਪਰਦਿਆਂ ਬਾਰੇ ਬੋਲ ਲੈਣਗੇ? ਕਿ ਜਦੋਂ ਜੇ ਨਵਜੋਤ ਸਿੰਘ ਸਿੱਧੂ ਜੀ ਆਪਦੇ ਬਾਰੇ ਇਹ ਬੋਲ ਰਹੇ ਨੇ ਤਾਂ ਇਹਦਾ ਇੱਕ ਨਾ ਬੜਾ ਆਮ ਹੈ ਕਿ ਤੁਸੀਂ ਦੇਖੋ ਵੀ ਅਗਰ Z+ ਸਿਕਿਉਰਿਟੀ ਹੈ, ਨਵਜੋਤ ਸਿੰਘ ਸਿੱਧੂ ਜੀ ਨੇ ਘੇਰਾ ਤੋੜ ਕੇ ਇੱਕ ਬੱਚੀ ਨੂੰ ਮਿਲੇ, ਉਹ ਖਬਰ ਹੈ। ਸੁਰੱਖਿਆ ਘੇਰਾ ਤੋੜਿਆ, ਇੱਕ ਬੱਚੀ ਨੂੰ ਮਿਲਨੇ, ਉਹ ਇੱਕ ਖਬਰ ਹੈ। ਤਾਂ ਤੁਸੀਂ ਘੇਰਾ ਬਣਾਇਆ ਹੀ ਕਿਉਂ ਹੈ? ਨਹੀਂ ਬਿਲਕੁਲ। ਮੈਂ ਤੇ ਇਹ ਕਹਿਣਾ ਕਿ ਓਨਸ ਜਿਹੜਾ ਆ, ਸਿਕਿਉਰਿਟੀ ਕਿੰਨਾ ਇਨਸਿਕਿਉਰ ਆ, ਉਹ ਤੇ ਜਿਹੜਾ ਮੰਗ ਰਿਹਾ, ਇੱਕ ਤੇ ਉਹਦੇ ਤੇ ਪ੍ਰੂਫ ਦਾ ਓਨਸ ਹੈ, ਉਹਨੂੰ ਪ੍ਰੂਵ ਕਰਨਾ ਪਊ ਕਿ ਮੈਂ ਇਨਸਿਕਿਉਰ ਆ। ਕਿਉਂ ਇਨਸਿਕਿਉਰ ਆ? ਕਿਹੜਾ ਮੇਰੇ ਕੋਲ ਮਾੜਾ ਕੰਮ ਹੋ ਗਿਆ ਸੀ, ਜਾਂ ਕਿਹੜਾ ਮੇਰੇ ਕੋਲੋਂ ਕਿਸੇ ਨੇ ਮੈਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਆ, ਜਾਂ ਮੇਰੇ ਕੋਲ ਕੋਈ ਪੋਸਟ ਇਹੋ ਜਿਹੀ ਪੈ ਗਈ ਸੀ ਜਿਹੜੀ ਮੇਰੀ ਨੂੰ ਧਮਕੀ ਆਈ, ਜੇ ਉਹ ਸਾਰਾ ਇੱਕ ਤੇ ਉਹ ਵੈਸੇ ਤੇ ਹੁੰਦਾ ਹੋਊਗਾ ਜਦੋਂ ਇਹ ਜਾਂਦੇ ਆ, ਜਦੋਂ ਵੀ ਹੈ, ਜਦੋਂ ਪਾਸ ਹੁੰਦੀ ਹੈ, ਸਿਕਿਉਰਿਟੀ ਮਿਲਦੀ ਹੈ, ਇਹ ਸਾਰੀਆਂ ਚੀਜ਼ਾਂ ਉੱਥੇ ਸਕਰੂਟਨਾਈਜ਼ ਹੁੰਦੀਆਂ ਹੋਣਗੀਆਂ। ਪਰ ਮੇਰਾ ਖਿਆਲ ਹੈ ਕਿ ਮਾਨਸਿਕਤਾ ਤਾਂ ਹੀ ਬਦਲੂਗੀ ਸੁਰਿੰਦਰ ਜੀ, ਬੜੀ ਗੱਲ ਹੈ, ਜਦੋਂ ਸਾਡਾ ਵੋਟਰ ਮੈਚਿਓਰ ਹੋਊਗਾ। ਜੇ ਵੋਟਰ ਸਿਆਣਾ ਹੋ ਜਾਏ ਤੇ ਜਿਹੜਾ ਵੀ ਪੁਲਿਸ ਦੇ ਨਾਲ, ਸਿਕਿਉਰਿਟੀ ਦੇ ਨਾਲ ਪਿੰਡਾਂ 'ਚ ਜਾਂਦਾ ਜਾਂ ਸ਼ਹਿਰਾਂ 'ਚ ਘੁੰਮਦਾ, ਜਾਂ ਤੁਹਾਡੇ ਉੱਥੇ ਸੜਕ ਨੂੰ ਖਾਲੀ ਕਰਾ ਕੇ ਚੀਫ ਮਿਨਿਸਟਰ ਨੂੰ ਘੂੰ ਕਰਕੇ ਅਲੱਗ ਕਰਕੇ ਕਢਾਉਂਦੇ ਆ, ਜੇ ਲੋਕ ਵਿਰੋਧਤਾ ਰੋਸ ਪ੍ਰਗਟ ਕਰਨ ਲੱਗ ਜਾਣ, ਇਹ ਸਾਰਾ ਕੁਝ ਥੱਲੇ ਹੋ ਜਾਊਗਾ। ਪਰ ਪ੍ਰੋਫੈਸਰ ਸਾਹਿਬ ਮਾਫੀ ਚਾਹਨਾ, ਇੱਥੇ ਇੱਕ ਚੀਜ਼ ਦੱਸੋ, ਲੋਕ ਤਾਂ ਸਿਆਣੇ ਨੇ, ਮੈਂ ਇੱਥੇ ਲੋਕਾਂ ਦੀ, ਮੈਨੂੰ ਤੁਸੀਂ ਦੱਸੋ ਵੀ ਲੋਕਾਂ ਦੀ ਕੀ ਗਲਤੀ? ਦਿੱਲੀ ਦਾ ਮੁੱਖ ਮੰਤਰੀ ਬਣਾਇਆ ਲੋਕਾਂ ਨੇ, ਉਹੀ ਵੈਗਨਾਰ ਤੇ ਉਹੀ ਮਫਲਰ ਵਾਲੇ ਨੂੰ ਬਣਾਇਆ, ਲੋਕਾਂ ਨੇ ਲੱਗਿਆ ਆਮ ਬੰਦਾ ਹੈ। ਲੋਕਾਂ ਨੇ ਬਾਕੀਆਂ ਨੂੰ ਥੱਲੇ ਕਰਕੇ ਬਣਾਇਆ, ਤੇ ਜਿਵੇਂ ਸੀਟਾਂ ਦਿੱਤੀਆਂ ਉਵੇਂ ਹੀ ਦਿੱਤੀਆਂ ਜਿਵੇਂ ਇੱਥੇ ਪੰਜਾਬ 'ਚ ਦਿੱਤੀਆਂ। ਤਾਂ ਲੋਕਾਂ ਨੇ ਤਾਂ ਬਦਲਾਵ ਦੇਤਾ, ਇੱਥੇ ਵੀ ਲੋਕਾਂ ਨੇ ਉਵੇਂ ਹੀ ਬਣਾਇਆ। ਲੋਕਾਂ ਨੂੰ ਲੱਗਿਆ ਇਹ ਆਪਣੇ 'ਚ ਉੱਠਿਆ ਹੋਇਆ, ਇਹ ਸਾਡੀ ਪਾਰਟੀ ਹੈ, ਇਹ ਬਾਕੀਆਂ ਵਾਂਗੂ ਨਹੀਂ। ਪ੍ਰੋਬਲਮ ਸਭ ਤੋਂ ਵੱਡੀ ਇਹ ਹੈ ਕਿ ਜਦੋਂ ਹਰਾ ਪੈਨ ਕੋਲ ਆਉਂਦਾ ਹੈ ਨਾ, ਉਹ ਹਰਾ ਪੈਨ ਤੁਹਾਡੀ ਜਦੋਂ ਇਸ ਪਾਸੇ ਤੁਸੀਂ ਬੈਠਦੇ ਹੋ, ਉਸ ਸੱਤਿਆ ਵਾਲੀ ਕੁਰਸੀ ਤੇ ਬੈਠਦੇ ਹੋ, ਉਹਦਾ ਸੇਕਾ ਇਸ ਤਰੀਕੇ ਨਾਲ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਸ਼ਾਇਦ ਤੁਸੀਂ ਭੁੱਲ ਜਾਂਦੇ ਹੋ ਕਿ ਤੁਸੀਂ ਆਏ ਕਿੱਥੋਂ ਹੋ। ਦਿੱਕਤ ਹੋਈ ਹੈ, ਉਹ ਠੱਗਿਆ ਲੱਗਦਾ ਬੰਦਾ 5 ਸਾਲ ਜੀ। ਹਾਂ ਠੀਕ ਹੈ ਸੁਰਿੰਦਰ ਜੀ, ਜਿਹੜਾ ਚੀਫ ਮਿਨਿਸਟਰ ਦੀਆਂ ਨਾ ਬਹੁਤ ਸਾਰੀਆਂ ਪਾਵਰਸ ਕਨਸੈਂਟਰੇਟਡ ਹੈਗੀਆਂ, ਤਾਂ ਹੀ ਉਹ ਰਾਜੇ ਵਾਂਗੂ ਬਿਹੇਵ ਕਰਦਾ। ਉਹ ਪਾਵਰਾਂ ਡੀਸੈਂਟਰਲਾਈਜ਼ ਕਰ ਦੇਣੀਆਂ ਚਾਹੀਦੀਆਂ। ਤੁਸੀਂ ਕਿਸੇ ਵੀ ਮਿਨਿਸਟਰ ਦਾ ਪੰਜਾਬ ਦੇ ਦਾ ਭਾਸ਼ਣ ਸੁਣਿਓ, 1-2 ਵਾਰੀ ਘੱਟੋ ਘੱਟ ਨਾ ਉਹ ਜ਼ਰੂਰ ਚੀਫ ਮਿਨਿਸਟਰ ਦਾ ਲਊਗਾ, ਤੇ 3-4 ਵਾਰੀ ਨਾ ਉਹ ਕੇਜਰੀਵਾਲ ਦਾ ਲਊ, ਕਿਉਂਕਿ 2 ਸੱਤਾ ਦੇ ਕੇਂਦਰ ਹੈਗੇ ਆ, ਜਿੱਥੋਂ ਉਹਨਾਂ ਨੂੰ ਸੱਤਾ ਉਹਨਾਂ ਨੇ ਪਾਈ, ਉਹ ਆਪਣੇ ਆਪ ਨੂੰ ਤੇ ਜ਼ੀਰੋ ਕਰਕੇ ਚੱਲਦੇ ਆ, ਤੇ ਉਹਨਾਂ ਨੇ ਕਰਨਾ ਕੀ ਆ? ਕਿਸੇ ਦਾ ਕੁਝ ਨਹੀਂ ਹੋਣਾ ਉਹਨਾਂ ਕੋਲ। ਇਸ ਲਈ ਸੱਤਾ ਨੂੰ ਡਿਵੋਲਵ ਹੋਣਾ ਚਾਹੀਦਾ। ਜਿਹੜਾ ਮਿਨਿਸਟਰ ਬਣ ਗਿਆ ਪਹਿਲਾਂ ਤੇ ਮੈਰਿਟ ਤੇ ਹੋਵੇ, ਉਹਦੇ ਕੋਲ ਤਾਂ ਕਿ ਮੈਂ ਕਹਿੰਦਾ ਵੱਡੇ ਰਿਫਾਰਮ ਦੀ ਲੋੜ ਆ। ਸਾਡੇ ਜਿਹੜਾ ਹੁਣ ਸਿਸਟਮ ਚੱਲ ਰਿਹਾ ਉਹ ਫੇਲ ਹੋ ਚੁੱਕਾ ਸਿਸਟਮ।
ਉਹ ਤਾਂ ਹੀ ਨੱਤਾਂ ਨੂੰ ਪੁਲਿਸ ਦੀ ਲੋੜ ਪੈਂਦੀ ਆ। ਮੈਂ ਕਿਉਂ ਕਹਿ ਰਿਹਾ ਸੀ ਲੋਕਾਂ ਦਾ, ਮੰਨ ਲਓ ਹੁਣ ਜਿਹੜੇ ਬੰਦੇ ਜ਼ਿਆਦਾ ਘੂੰ ਕਰਕੇ ਲਾਕੜੀ ਵਿਹਲੜ ਨਾਲ ਲਈ ਫਿਰਦੇ ਆ, ਲੋਕਾਂ ਨੂੰ ਵੀ ਨਹੀਂ ਸਮਝ ਆਉਣੀ ਚਾਹੀਦੀ ਵੀ ਇਹਨਾਂ ਨੂੰ ਨਹੀਂ ਵੋਟਾਂ ਪਾਉਣੀਆਂ, ਕਿਉਂਕਿ ਇਹ ਜਿਹੜੇ ਬੰਦੇ ਆ ਸਾਡੇ ਤੋਂ ਦੂਰ ਹਟਣਾ ਚਾਹੁੰਦੇ ਆ, ਇਹਨਾਂ ਨੂੰ ਸਾਡੇ ਤੋਂ ਬੋ ਆਉਂਦੀ ਆ, ਤਾਂ ਹੀ ਸਿਕਿਉਰਿਟੀ ਰੱਖੀ ਆ ਨਾ, ਕਿਸੇ ਨੂੰ ਮਿਲਦੇ ਨਹੀਂ ਹੈਗੇ। ਜੇ ਉਹ ਸਾਡੇ ਵਾਂਗੂ ਰਹਿਣਗੇ ਘਰ 'ਚ, ਕੋਈ ਵੀ ਬੈਲ ਖੜਕਾ ਕੇ ਉਹਨਾਂ ਦੇ ਘਰ 'ਚ ਚਲੇ ਜਾਊਗਾ, ਕੋਈ ਤੁਹਾਨੂੰ ਬਾਹਰੋਂ ਚਿੱਟ ਨਹੀਂ ਦੇਣੀ ਪਊਗੀ। ਇਸ ਲਈ ਇਹ ਜਿਹੜੇ ਲੋਕ ਆਪਣੇ ਆਪ ਨੂੰ ਸਿਕਿਉਰਿਟੀ ਦੇ ਨਾਂ ਤੇ ਜਾਂ ਹੋਰ ਬਾਉਂਸਰਾਂ ਦੇ ਨਾਂ ਤੇ ਆਪਣੇ ਆਪ ਨੂੰ ਅਲੱਗ ਥਲੱਗ ਕਰਦੇ ਆ ਤੇ ਕਿਸੇ ਦਾ ਫੋਨ ਨਹੀਂ ਚੁੱਕਦੇ ਤੇ ਇਹ ਕਹਿੰਦੇ ਕਿ ਮੈਂ ਬਿਜ਼ੀ ਆ, ਤੇ ਉਹਨੂੰ ਘਰੇ ਬਿਠਾਉਣਾ ਚਾਹੀਦਾ ਵੀ ਜਾ ਤੂੰ ਆਪਣਾ ਬਿਜ਼ਨਸ ਕਰ, ਸਾਨੂੰ ਤੇਰੀ ਲੋੜ ਨਹੀਂ, ਸਾਨੂੰ ਬਥੇਰੇ ਹੋਰ ਸਾਨੂੰ ਮਿਲਣ ਵਾਲੇ ਲੀਡਰ ਸਾਡੇ ਕੋਲ ਹੈਗੇ ਆ, ਜਿਹੜੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ, ਉਹ ਸਾਡੀ ਇੱਜ਼ਤ ਕਰਨਗੇ। ਇਸ ਤਰੀਕੇ ਦੇ ਨਾਲ ਵੋਟਰ ਜਦੋਂ ਥੋੜਾ ਜਿਹਾ ਮੈਚੁਰ ਹੋ ਜਾਊਗਾ, ਹਾਂ ਇੱਕ ਸੌਖਾ ਕੰਮ ਨਹੀਂ ਹੈ ਜਿਹੜੀ ਮੈਂ ਗੱਲ ਕਹਿ ਰਿਹਾ, ਪਰ ਸਾਨੂੰ ਮੈਚੁਰਿਟੀ ਹੋਣ ਦੀ ਲੋੜ ਹੈ ਲੋਕਾਂ ਦਾ। ਸੁਰਿੰਦਰ ਜੀ ਅਸੀਂ ਤੇ ਪੜ੍ਹੇ ਲਿਖੇ ਆ ਨਾ, ਇੱਕ ਪ੍ਰੋਸੈਸ ਵਿੱਚ ਆ, ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੀ ਸਾਡੇ ਦੇਸ਼ 'ਚ ਅਜੇ ਵੀ ਜਹਾਲਤ ਤੇ ਬੈਕਵਰਡਨੈਸ ਆ। ਮੇਰੀ ਮੇਡ ਆਈ, ਮੈਂ ਉਹਨੂੰ ਦਿਖਾਇਆ ਟੀਵੀ, ਯੂਪੀ ਤੋਂ ਹੈਗੇ ਆ, ਠੀਕ ਹੈ, ਸਾਡੇ ਨਾਲ 7 ਸਾਲ ਕਰਕੇ ਸਿਆਣੀ ਵੀ ਹੋਈ। ਮੈਂ ਕਿਹਾ ਆਹ ਦੇਖੋ ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਹੋ ਗਏ, ਆਹ ਉਹਦਾ ਬੇਟਾ, ਆਹ ਉਹਨੂੰ ਟੀਵੀ ਦੇ ਸਕਰੀਨ ਤੇ ਦਿਖਾਇਆ। ਮੈਂ ਕਿਹਾ ਮਿਨਿਸਟਰ ਹੈ, ਅੱਛਾ ਜੇ ਗਵਰਨਮੈਂਟ ਕੀ ਨੌਕਰੀ ਕਰਤੇ ਹੋਂਗੇ, ਉਹਨੂੰ ਪਤਾ ਨਹੀਂ ਮਿਨਿਸਟਰ ਕੀ ਹੁੰਦਾ, ਉਹਨੂੰ ਇਹ ਨਹੀਂ ਪਤਾ ਕਿ ਵਿਧਾਇਕ ਕੀ ਹੁੰਦਾ, ਉਹਨੂੰ ਇਹ ਨਹੀਂ ਪਤਾ ਸਾਂਸਦ ਕੀ ਹੁੰਦਾ। ਕਿੰਨੇ ਲੋਕ, ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਕਿ ਚੀਫ ਮਿਨਿਸਟਰ ਕੌਣ ਆ। ਪੰਜਾਬ ਦੇ ਵਿੱਚ ਜਾ ਕੇ ਪੁੱਛ ਲਓ ਤੁਸੀਂ, ਇਹ ਲੋਕਾਂ ਦਾ ਇਹ ਹਾਲ ਆ ਵੋਟਰ ਦਾ ਸਾਡਾ। ਇਹ ਸਰਵੇ ਕੀਤਾ ਆ ਗਿਆਨ ਸਿੰਘ ਨੇ, ਇਕਨੋਮਿਕਸ ਡਿਪਾਰਟਮੈਂਟ ਵਾਲੇ, ਪੰਜਾਬੀ ਯੂਨੀਵਰਸਿਟੀ ਵਾਲਿਆਂ ਨੇ, 80% ਮਨਰੇਗਾ ਦੀਆਂ ਬੀਬੀਆਂ ਨੂੰ ਇਹ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਦਾ ਨਾਂ ਕੀ। ਆਪਾਂ ਨੂੰ ਨਾ, ਅਸੀਂ ਜਿਹੜੀ ਮਿਡਲ ਕਲਾਸ 5-7% ਆ, ਸਾਨੂੰ ਲੱਗਦਾ ਕਿ ਅਸੀਂ ਸਾਡੇ ਵੋਟਰ ਜਿਹੜੇ ਆ ਉਨੇ ਹੀ ਸਿਆਣੇ ਆ, ਉਹਨਾਂ ਨੂੰ ਸਿਆਣੇ ਹੋਣ ਨਹੀਂ ਦਿੱਤਾ ਜਾਂਦਾ, ਬੇਵਕੂਫ ਬਣਾ ਕੇ ਵੋਟਾਂ ਲਈਆਂ ਜਾਂਦੀਆਂ। ਤੇ ਜਿਹੜੀ ਰੂਲਿੰਗ ਜਮਾਤ ਆ ਉਹਨਾਂ ਦੇ ਇੱਕ ਅਨਸੈਡ ਕੰਸੈਂਟ ਹੈਗਾ ਕਿ ਯਾਰ ਇਹਨਾਂ ਨੂੰ ਨਾ ਸਿਆਣੇ ਹੋਣ ਦਿਓ, ਫਿਰ ਸਾਡੇ ਖਰਚੇ ਹੋਰ ਵੱਧ ਜਾਣਗੇ, ਸਾਨੂੰ ਕਿਸੇ ਨੇ ਨਹੀਂ ਪੁੱਛਣਾ। ਪਰ ਸਭ ਤੋਂ ਜ਼ਿਆਦਾ ਸਗੋਂ ਵੋਟਰ ਵੀ ਉਹੀ ਹੈ, ਵੋਟ ਵੀ ਸਭ ਤੋਂ ਜ਼ਿਆਦਾ ਉਹੀ ਪਾਉਂਦਾ। ਕੁਦਰਤੀ ਹੈ, ਕਿਉਂਕਿ ਉਹਨਾਂ ਨੂੰ ਉਮੀਦ ਹੀ ਉਹਨਾਂ ਨੂੰ ਆ, ਕਿਉਂਕਿ ਚੜਾਇਆ ਹੀ ਉਹਨਾਂ ਨੂੰ ਜਾਇਆ ਸਕਦਾ, ਬੇਵਕੂਫੀ ਉਹਨਾਂ ਨੂੰ ਬਣਾਇਆ ਜਾ ਸਕਦਾ, ਇਸੇ ਕਰਕੇ ਤੇ ਉਹ ਵੋਟ ਜ਼ਿਆਦਾ ਇਸੇ ਕਰਕੇ ਪਾਉਣਗੇ ਨਾ, ਕਿਉਂਕਿ ਤੰਗ ਆ, ਉਹ ਸਿਸਟਮ ਤੋਂ ਤੰਗ ਆ, ਔਰ ਰਾਹਤ ਚਾਹੁੰਦੇ ਆ, ਤੇ ਉਹਨਾਂ ਨੂੰ ਲੱਗਦਾ ਕਿ ਵੋਟ ਪਾ ਕੇ ਸਾਨੂੰ ਰਾਹਤ ਮਿਲੂਗੀ। ਤੇ ਕੁਛ ਉਹਨਾਂ ਨੂੰ ਰਾਹਤ ਚੋਣਾਂ ਦੇ ਦਿਨਾਂ 'ਚ ਦੇ ਵੀ ਦਿੱਤੀ ਜਾਂਦੀ, ਤੇ ਉਹ ਆਪਾਂ ਨੂੰ ਗੱਲ ਕਰਨ ਦੀ ਲੋੜ ਨਹੀਂ ਹੈ, ਸਾਰਿਆਂ ਨੂੰ ਪਤਾ। ਇਸ ਲਈ ਸਾਡਾ ਵੋਟਰ ਸਸ਼ਕਤ ਹੋਵੇ, ਮਜ਼ਬੂਤ ਹੋਵੇ, ਅੰਪਾਵਰਡ ਹੋਵੇ, ਔਰ ਤਾਂ ਜਾ ਕੇ ਜਿਹੜਾ ਹੈ ਹੀ ਬੇਰੁਜ਼ਗਾਰ ਆ, ਜਿਹੜਾ ਧੱਕੇ ਖਾਂਦਾ, ਜਿਹਨੂੰ ਔਰਤ ਨੂੰ ਸੂਝ ਹੀ ਨਹੀਂ ਹੈ, ਜਿਹਨੂੰ ਨੌਜਵਾਨ ਮਾਰਿਆ ਫਿਰ ਰਿਹਾ, ਉਹਨੂੰ ਤੁਸੀਂ ਕਿਵੇਂ ਇਹ ਸੋਚ ਸਕਦੇ ਹੋ, ਤਾਂ ਉਮੀਦ ਕਰ ਸਕਦੇ ਆ ਕਿ ਉਹ ਇੱਕ ਬਹੁਤ ਬੈਲੈਂਸਡ ਆਪਣਾ ਫੈਸਲਾ ਦਊਗਾ। ਇਹ ਕਾਫੀ ਉਲਝਿਆ ਹੋਇਆ ਮਾਮਲਾ, ਸਾਡੀ ਡੈਮੋਕ੍ਰੇਸੀ ਨੂੰ ਰਾਹ ਤੇ ਲਿਆਉਣ ਲਈ ਤੇ ਇਹੋ ਜਿਹੀ ਦਾਦਾਗਿਰੀ ਤੇ ਸਿਕਿਉਰਟੀਆਂ ਦੇ ਚੱਕਰਾਂ ਚੋਂ ਕੱਢਣ ਲਈ ਬਹੁਤ ਜ਼ਰੂਰੀ ਹੈ ਕਿ ਕਾਫੀ ਵੱਡੇ ਪੱਧਰ ਤੇ ਉੱਪਰੋਂ ਵੀ ਸੁਧਾਰ ਹੋਣ, ਇਲੈਕਸ਼ਨ ਕਮਿਸ਼ਨ ਦੇ ਲੈਵਲ ਤੇ, ਪੋਲਿਟਿਕਸ ਲੈਵਲ ਤੇ ਹੋਰ, ਤੇ ਉਹ ਹੋਣਗੇ ਤਾਂ ਜੇ ਥੱਲਿਓਂ ਦਬਾਅ ਲੋਕਾਂ ਦਾ ਕਾਫੀ ਵੱਡੇ ਪੱਧਰ ਤੇ ਵਧੂਗਾ। ਬਿਲਕੁਲ ਪ੍ਰੋਫੈਸਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਤੇ ਆਪਦਾ ਕੀਮਤੀ ਸਮਾਂ ਦਿੱਤਾ ਤੇ ਬੇਬਾਕ ਰਾਏ ਰੱਖੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਜੀ। ਇਹ ਸੀ ਪ੍ਰੋਫੈਸਰ ਮਨਜੀਤ ਸਿੰਘ ਜੀ, ਕਹਿੰਦੇ ਬਹੁਤ ਵੱਡੇ ਰਿਫਾਰਮ ਦੀ ਲੋੜ ਹੈ ਤੇ ਵੋਟਰ ਨੂੰ ਵੀ ਸਿਆਣਾ ਹੋਣਾ ਪਏਗਾ ਕਿ ਜਿਹੜੀਆਂ ਮੰਗਾਂ ਸਗੋਂ ਸਿਆਸਤਦਾਨ ਮੰਗ ਰਹੇ ਨੇ, ਜੋ ਸਿਆਸਤਦਾਨ ਸੋਚਦੇ ਨੇ, ਜੋ ਉਮੀਦ ਕਰਦੇ ਨੇ, ਕਿ ਉਹ ਵਾਕਈ ਵਾਜਬ ਹੈ ਕਿ ਨਹੀਂ। ਪਰ ਇਹ ਰਿਫਾਰਮ ਵੀ ਕਹਿੰਦੇ ਸੌਖਾ ਨਹੀਂ, ਬਦਲਾਵ ਚਾਹੀਦਾ ਤੇ ਉਹ ਬਦਲਾਵ ਲਿਆਉਣ ਵਾਸਤੇ ਵੋਟਰ ਨੂੰ ਹੀ ਸਿਆਣਾ ਹੋਣਾ ਪਏਗਾ। ਤੇ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ, ਨਜ਼ਰੀਆ ਬਿਉਂਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।